ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਿਰਪਾ ਸਦਕਾ ਸਤਿਗੁਰ ਦੀ ਬਖਸ਼ੀ ਹੋਈ ਅਸੀਸ ਸਦਕਾ ਆਪਾਂ ਰੋਜ਼ ਗੁਰਮਤਿ ਵਿਚਾਰ ਦੀ ਸਤਿਗੁਰ ਦੀਆਂ ਕਥਾ ਕਹਾਣੀਆਂ ਕਰਨ ਲਈ ਸੁਣਨ ਲਈ ਆਪਸ ਵਿੱਚ ਜੁੜਦੇ ਬੈਠਦੇ ਹਾਂ। ਦਤਾਰ ਦੀ ਬਖਸ਼ਿਸ਼ ਰਹਿਮਤ ਹੋਈ ਹੈ, ਸਤਿਗੁਰ ਜੀ ਨੇ ਸਾਨੂੰ ਇੱਕ ਸਮਾਂ ਬਖਸ਼ਿਸ਼ ਕੀਤਾ। ਅੱਜ ਦੀ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਤੇ ਗੁਰ ਮੰਤਰ ਦਾ ਪਾਠ ਕਰੀਏ, ਉਸ ਤੋਂ ਬਾਅਦ ਆਪਾਂ ਕਲਾਸ ਦੀ ਆਰੰਭਤਾ ਕਰਾਂਗੇ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਤਾਰ ਨੇ ਰਹਿਮਤ ਕੀਤੀ, ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਸਦਕਾ ਨਿਤਾ ਪ੍ਰਤੀ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਰਵਣ ਕਰਨ ਦਾ, ਵਿਚਾਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਬਖਸ਼ਿਸ਼ ਮਿਹਰ ਸਦਕਾ ਹੀ ਆਪਾਂ ਸਿੱਧ ਗੋਸ਼ਟ ਦੀ ਬਾਣੀ ਦਾ ਵਿਚਾਰ ਆਰੰਭ ਕੀਤੀ ਸੀ। 27 ਪੌੜੀਆਂ ਦੀ ਵਿਚਾਰ ਅਸੀਂ ਪਿਛਲੀਆਂ ਜੋ ਵਿਚਾਰਾਂ ਕਲਾਸ ਵਿੱਚ ਹੋਈਆਂ ਉਹ ਕਰ ਚੁੱਕੇ ਹਾਂ। ਅੱਜ 28ਵੀਂ ਪੌੜੀ ਤੋਂ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਸ਼ੁਰੂ ਹੋਣੀ ਹੈ। ਸਤਿਗੁਰੂ ਜੀ ਦੇ ਪਾਵਨ ਬਚਨਾਂ ਵਿੱਚ ਕੱਲ ਅਸੀਂ ਵਿਚਾਰ ਕੀਤੀ ਹੈ, ਉਹਦੇ ਵਿੱਚ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਜਿਹੜਾ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਗੁਰੂ ਦੇ ਮਾਰਗ ਤੇ ਚੱਲਦਾ ਹੈ, ਗੁਰੂ ਅਨੁਸਾਰੀ ਹੋ ਕੇ ਚੱਲਦਾ ਹੈ, ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਲੈਂਦਾ ਹੈ, ਉਹਦੇ ਅੰਦਰ ਸੱਚੇ ਪਰਮੇਸ਼ਰ ਦਾ ਨਿਰਮਲ ਭਾਵ ਹਮੇਸ਼ਾ ਬਣਿਆ ਰਹਿੰਦਾ ਹੈ। ਨਿਰਮਲ ਭਾਵ ਸਦਕਾ ਉਹਦੇ ਹੁਕਮ ਵਿੱਚ, ਉਹਦੀ ਹੁਕਮ ਰਜਾਈ ਚੱਲਣਾ ਦੀ ਗੱਲਬਾਤ ਉਹਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਜਿਹੜਾ ਅਣਘੜਿਆ ਹੋਇਆ ਮਨ ਸੀ, ਬੜਾ ਚੰਚਲ ਸੀ, ਚਲਾਕ ਸੀ, ਜਿਹੜਾ ਚਲਾਕੀਆਂ ਨਾਲ, ਚਤਰਾਈਆਂ ਨਾਲ, ਸਿਆਣਪਾਂ ਨਾਲ ਕਾਬੂ ਨਹੀਂ ਆਉਂਦਾ ਸੀ, ਗੁਰੂ ਦੇ ਸ਼ਬਦ ਨੇ ਉਸ ਮਨ ਨੂੰ ਘੜ ਦਿੱਤਾ। ਜਿਵੇਂ ਜਿਵੇਂ ਅਸੀਂ ਗੁਰੂ ਸ਼ਬਦ ਦਾ ਅਭਿਆਸ ਕਰਦੇ ਹਾਂ, ਗੁਰੂ ਸ਼ਬਦ ਨੂੰ ਸਮਝਦੇ ਹਾਂ, ਗੁਰੂ ਸ਼ਬਦ ਨੂੰ ਵਿਚਾਰਦੇ ਹਾਂ, ਤਿਵੇਂ ਤਿਵੇਂ ਸਾਡੇ ਅੰਦਰ ਜ਼ਿੰਦਗੀ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਆਈ ਜਾਂਦੀ ਹੈ।
ਜਿਵੇਂ ਜਿਵੇਂ ਚੇਂਜ ਆਉਂਦੀ ਹੈ ਤਿਵੇਂ ਤਿਵੇਂ ਸਾਡੇ ਆਤਮਿਕ ਜੀਵਨ ਦੇ ਹੁਲਾਰੇ ਵੀ ਵੱਧਦੇ ਜਾਂਦੇ ਹਨ। ਸਤਿਗੁਰੂ ਜੀ ਦਾ ਬਚਨ ਸੀ, ਜਦੋਂ ਉੱਚੀ ਆਤਮਿਕ ਅਵਸਥਾ ਨੂੰ ਪਾ ਲੈਂਦਾ ਹੈ ਤਾਂ ਫਿਰ ਜ਼ਿੰਦਗੀ ਦਾ ਹਰ ਕਰਮ ਉਹਦਾ ਗੁਰਮਤਿ ਅਨੁਸਾਰੀ ਹੈ, ਗੁਰੂ ਅਨੁਸਾਰੀ ਹੈ। ਭਾਵ ਉਹਦੇ ਗਿਆਨ ਅੰਦਰ ਹੈ, ਉਹਦੇ ਕਰਮ ਅੰਦਰ ਹੈ। ਵਾਹਿਗੁਰੂ ਦੀ ਬੰਦਗੀ, ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ, ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਗਾਉਣਾ ਸੁਣਨਾ, ਭਾਵ ਉਹਦਾ ਸਾਰਾ ਜੀਵਨ ਹੀ, ਸਾਰਾ ਸਰੀਰ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਐਸੇ ਵਿਅਕਤੀ ਜਿਹੜੇ ਹਨ ਉਹ ਸਦਾ ਹੀ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਹਨ। ਉਹਨਾਂ ਦਾ ਕਦੀ ਵੀ ਉਹਦੇ ਨਾਲੋਂ, ਪਰਮੇਸ਼ਰ ਨਾਲੋਂ ਪਿਆਰ ਟੁੱਟਦਾ ਨਹੀਂ, ਖਤਮ ਨਹੀਂ ਹੁੰਦਾ। ਇਹ ਸੰਖੇਪ ਦੀ ਵਿਚਾਰ ਜਿਹੜੀ ਕੱਲ ਆਦਿ ਵਿਚਾਰ ਪੌੜੀ ਦੇ ਵਿੱਚ ਆਪਾਂ ਕੀਤੀ ਸੀ। ਅੱਜ ਸਤਿਗੁਰੂ ਜੀ ਦੀ 28ਵੀਂ ਪੌੜੀ ਦੀ ਵਿਚਾਰ ਆਰੰਭ ਹੋਣੀ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਬਿਦ ਜਾਨੀ, ਗੁਰਮੁਖ ਪਾਈਐ ਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰੂ ਅਨੁਸਾਰੀ ਮਨੁੱਖ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਉਹ ਆਪਣੇ ਗੁਰੂ ਨਾਲ ਡੂੰਘੀ ਸਾਂਝ ਮਿੱਤਰਤਾ ਬਣਾ ਲੈਂਦਾ ਹੈ। ਪਰਚੇ ਦਾ ਅਰਥ ਲਫ਼ਜ਼ ਪਰਿਚੈ ਤੋਂ ਬਣਿਆ। ਪਰਿਚੈ ਦਾ ਅਰਥ ਹੁੰਦਾ ਜਾਣ ਪਛਾਣ ਹੋ ਜਾਣੀ। ਜਿਹੜਾ ਲਫ਼ਜ਼ ਬਣਿਆ ਪਰਿਚੈ, ਪਰਚਾ ਲਫ਼ਜ਼ ਆਇਆ, ਜਾਣ ਪਛਾਣ ਦਾ ਅਰਥ ਹੈ ਮਿੱਤਰਤਾ ਹੋ ਜਾਣੀ, ਸਾਂਝ ਬਣ ਜਾਣੀ, ਗੂੜਾ ਗੰਢ ਵਿੱਚ ਉਹਦੇ ਨਾਲ ਵੱਧ ਜਾਣਾ, ਪਰਮੇਸ਼ਰ ਦੇ ਨਾਮ ਦੀ ਗੰਢ ਮਾਰ ਲੈਣੀ। ਐਸੀ ਮਿੱਤਰਤਾ ਗੁਰੂ ਪਾਤਸ਼ਾਹ ਜੀ ਨੇ ਗੁਰਮੁਖ ਦੀ ਜ਼ਿੰਦਗੀ ਵਿੱਚ ਦੱਸੀ ਹੈ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਹੜਾ ਮਨੁੱਖ ਗੁਰੂ ਅਨੁਸਾਰੀ ਹੋ ਕੇ ਤੁਰਦਾ ਹੈ, ਆਪਣੇ ਜੀਵਨ ਨੂੰ ਘੜ ਲੈਂਦਾ ਹੈ, ਆਪਣੇ ਜੀਵਨ ਨੂੰ ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਰੰਗ ਲੈਂਦਾ ਹੈ, ਜਿਹਦਾ ਤਨ ਮਨ ਸ਼ਬਦ ਨਾਲ ਖਿੜ ਜਾਂਦਾ ਹੈ। ਜਿਹੜਾ ਬਚਨ ਅਸੀਂ ਕੱਲ ਪੜ੍ਹਿਆ ਸੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਗੁਰੂ ਦਾ ਦਰਸ਼ਨ ਨਿਹਾਲ 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 ਕਰ ਦਿੰਦਾ। ਉਹਦੇ ਅੰਦਰ ਹਮੇਸ਼ਾ ਹੀ ਖੜਾਓ ਖੇੜਾ ਬਣਿਆ ਰਹਿੰਦਾ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਬਚਨ ਦੇ ਜੋ ਪਹਿਲੀਆਂ ਪੰਕਤੀਆਂ ਹਨ, ਉਹਦੇ ਵਿੱਚ ਗੱਲ ਸਮਝਾਈ ਹੈ। ਵੇਦ ਵਿਚਾਰੀ, ਵੇਦ ਤੇ ਸ਼ਾਸਤਰ ਸਨਾਤਨ ਧਰਮ ਦੇ ਧਾਰਮਿਕ ਪੁਸਤਕਾਂ ਹਨ, ਜਿਨ੍ਹਾਂ ਦੇ ਵਿੱਚ ਪਾਪ ਪੁੰਨ ਦੀ ਗੱਲ ਕੀਤੀ ਗਈ ਹੈ, ਮੁਹੂਰਤਾਂ ਦੀ ਗੱਲ ਕੀਤੀ ਗਈ ਹੈ, ਚੰਗਾ ਦਿਨ ਤੇ ਮਾੜੇ ਦਿਨਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਪਾਪ ਕਰਮ ਕੀ ਹੈ, ਪੁੰਨ ਕਰਮ ਕੀ ਹੈ, ਇਹ ਗੱਲਾਂ ਦੀ ਗੱਲ ਕੀਤੀ ਗਈ ਹੈ। ਗੁਰੂ ਪਾਤਸ਼ਾਹ ਕਹਿੰਦੇ ਗੁਰਮਤਿ ਅਨੁਸਾਰੀ ਹੋਣ ਵਾਲੇ ਮਨੁੱਖ ਦੀ ਸੋਚ ਇਹਦੇ ਤੋਂ ਉੱਪਰ ਉੱਠ ਜਾਂਦੀ ਹੈ। ਉਹਨਾਂ ਨੂੰ ਇਹਨਾਂ ਦੀ ਲੋੜ ਹੀ ਨਹੀਂ ਰਹਿੰਦੀ। ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਇਹ ਚੀਜ਼ਾਂ ਉਹਨਾਂ ਲਈ ਹਨ ਜਿਹੜੇ ਧਰਮ ਦੀ ਦੁਨੀਆ ਤੋਂ ਅਜੇ ਬਹੁਤ ਦੂਰ ਹਨ। ਜਿਵੇਂ ਜਿਵੇਂ ਇਨਸਾਨ ਧਰਮ ਦੀ ਦੁਨੀਆ ਤੇ ਵਿਸ਼ਵਾਸ ਕਰਦਾ ਹੈ, ਭਰੋਸਾ ਬਣਦਾ ਹੈ, ਯਾਤਰਾ ਕਰਦਾ ਹੈ ਧਰਮ ਦੀ, ਤਿਵੇਂ ਤਿਵੇਂ ਮਨੁੱਖ ਦੇ ਸੁਭਾਅ ਅੰਦਰ ਤਬਦੀਲੀ ਆਉਂਦੀ ਹੈ ਔਰ ਉਸ ਨੂੰ ਇਹ ਸਾਰੀ ਸਮਝ ਆ ਜਾਂਦੀ ਹੈ ਕਿ ਇਹ ਧਾਰਮਿਕ, ਇਹ ਸਿਮਰਤੀਆਂ, ਇਹ ਬੋਲ ਜਿਹੜੇ ਹਨ, ਇਹ ਮੈਨੂੰ ਕਿਸੇ ਪਾਸੇ ਲਿਜਾ ਨਹੀਂ ਸਕਦੇ। ਵੇਦ ਵਿਚਾਰੀ ਦੇ ਅਰਥ ਵੱਖ-ਵੱਖ ਟੀਕਾਕਾਰਾਂ ਨੇ ਵੱਖ-ਵੱਖ ਕੀਤੇ ਹਨ। ਮੈਂ ਇਸ ਬਹੁਤੇ ਝਵੇਲੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਕਿਸ ਟੀਕਾਕਾਰਾਂ ਨੇ ਕੀ ਅਰਥ ਕੀਤੇ ਹਨ, ਕਿਉਂਕਿ ਉਹਦੇ ਨਾਲ ਸਾਡੇ ਅੰਦਰ ਕਈ ਵਾਰੀ ਉਹ ਅਰਥ ਵਸ ਜਾਂਦੇ ਹਨ ਜਿਹੜੇ ਗੁਰਮਤਿ ਅਨੁਸਾਰੀ ਨਹੀਂ ਹਨ। ਲੇਕਿਨ ਸ਼ਬਦਾਰਥ ਤੇ ਸਟੀਕ ਭਾਈ ਵੀਰ ਸਿੰਘ ਦੀ ਪੰਜ ਗ੍ਰੰਥੀ, ਇੱਥੇ ਫਰੀਦਕੋਟੀ ਸਟੀਕ,
ਭਾਈ ਮਨੀ ਸਿੰਘ ਦੀ ਜਨਮ ਸਾਖੀ, ਇਹ ਕੁਝ ਐਸੇ ਸਰੋਤ ਹਨ ਜਿਨ੍ਹਾਂ ਦੇ ਉੱਤੇ ਇਹਦੇ ਅਰਥ ਕੀਤੇ ਹਨ। ਪਰ ਕਈਆਂ ਦੇ ਅਰਥ ਗੁਰੂ ਦੇ ਨਾਲ, ਇਸ ਗੁਰੂ ਦੀ ਵਿਚਾਰਧਾਰਾ ਨਾਲ ਢੁਕਦੇ ਨਹੀਂ ਹਨ। ਜੋ ਸ਼ਬਦਾਰਥ ਦੇ ਅਰਥ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੋਇਆ ਹੈ, ਉਹਦੇ 'ਚ ਲਿਖਦੇ ਆ ਵੀ ਗੁਰੂ ਦੁਆਰਾ, ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨ ਦੀ ਤਸੱਲੀ ਹੋ ਜਾਂਦੀ ਹੈ, ਉਹ ਮਨੁੱਖ ਫਿਰ ਵਿਚਾਰ ਤੇ ਗਿਆਨ ਵਾਲਾ ਹੋ ਜਾਂਦਾ ਹੈ। ਉਹ ਵਿਚਾਰ ਜੋ ਲੋਕੀ ਆਮ ਵੇਦਾਂ ਗ੍ਰੰਥਾਂ ਤੋਂ ਲੱਭਦੇ ਹਨ, ਇਹ ਗੁਰੂ ਦੀ ਸ਼ਰਨ ਵਾਲਾ ਮਨੁੱਖ ਜਿਹੜਾ ਹੈ, ਉਹ ਵਿਚਾਰ ਉਸ ਨੂੰ ਬਾਣੀ ਤੋਂ ਮਿਲ ਜਾਂਦੇ ਹਨ, ਭਾਵ ਉਸ ਤੋਂ ਉੱਚੀ ਅਵਸਥਾ ਉਹਦੀ ਬਣ ਜਾਂਦੀ ਹੈ। ਜਿਹੜਾ ਭਾਈ ਵੀਰ ਸਿੰਘ ਜੀ ਨੇ ਅਰਥ ਕੀਤੇ ਹਨ, ਗੁਰਮੁਖ ਨਾਲ ਪਰਚਾ ਪੈ ਜਾਣ ਕਰਕੇ ਉਸ ਦੇ ਮਿਲਾਪ ਸਤਸੰਗਤ ਉਪਦੇਸ਼ ਜੀਵਨ ਗਿਆਨ ਦੀ ਵਿਚਾਰ ਦਾ ਜੀਵਨ ਵੀ ਵਿਚਾਰਵਾਨ ਹੋ ਜਾਂਦਾ ਹੈ। ਅਰਥ ਵਧੇ ਢੁਕਦੇ ਨਹੀਂ ਹਨ। ਫਿਰ ਗੁਰੂ ਨਾਨਕ ਬਾਣੀ ਪ੍ਰਕਾਸ਼ ਦੇ ਵਿੱਚ ਜਦੋਂ ਅਰਥ ਦੇਖਦੇ ਆ, ਜਿਸ ਦੇ ਮਨ ਦੀ ਨਿਸ਼ਾ ਗੁਰੂ ਦੁਆਰਾ ਹੋ ਜਾਂਦੀ ਹੈ, ਉਹ ਮਨ ਨੂੰ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਕੁਝ ਏਦਾਂ ਦੇ ਅਰਥ ਮਿਲਦੇ ਜੁਲਦੇ ਕੀਤੇ ਹਨ ਵੀ ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਭਾਵ ਜਿਸ ਨੂੰ ਸਤਿਗੁਰੂ ਵਿੱਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ, ਉਹ ਮਨ ਨੂੰ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ, ਭਾਵ ਉਹਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ। ਹੁਣ ਇਹਦੇ ਅਰਥ ਸਮਝਣ ਲਈ ਜੇ ਭਾਈ ਮਨੀ ਸਿੰਘ ਜੀ ਦੇ ਅਰਥਾਂ ਨੂੰ ਦੇਖਦੇ ਹਾਂ, ਜਨਮ ਸਾਖੀ ਵਾਲੇ, ਉਹ ਬੜੇ ਭੁਲੇਖਾ ਪਾਊ ਹਨ। ਪੌੜੀ ਵਿੱਚ ਗੁਰਮੁਖ ਪਦ ਦੇ ਅਰਥ ਗੁਰੂ ਦੁਆਰਾ ਕਰਨ ਨਾਲੋਂ ਗੁਰੂ ਅਨੁਸਾਰੀ ਕਰਨੇ ਬਹੁਤ ਲਾਹੇਵੰਦ ਹੋਣਗੇ। ਵੀ ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ, ਗੁਰਮੁਖ ਲਫ਼ਜ਼ ਦੇ ਅਰਥ ਜਿਹੜਿਆਂ ਨੇ ਇਹਨੂੰ ਸਮਝਣ ਦੀ ਲੋੜ ਹੈ। ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮੱਤ ਮੁਤਾਬਕ ਚੱਲਣ ਵਾਲਾ ਗੁਰੂ ਅਨੁਸਾਰੀ ਜਿਹੜਾ ਹੈ, ਜਿਵੇਂ 26ਵੀਂ ਪੌੜੀ ਵਿੱਚ ਮਨਮੁਖ ਭੂਲੇ ਜਮ ਕੀ ਕਾਨ ਦੇ ਵਿੱਚ ਮਨਮੁਖ ਭਰਮ ਭਵੈ ਬੇਬਾਨ, ਮਨਮੁਖ ਦੀ ਕਿਰਿਆ ਤੋਂ ਇਹ ਪਤਾ ਲੱਗਦਾ ਹੈ। ਇਸੇ ਤਰ੍ਹਾਂ ਹੀ ਇਹਨਾਂ ਵਿੱਚ ਗੁਰਮੁਖ ਦੀ ਰਹਿਣੀ ਨੂੰ ਬਿਆਨ ਕੀਤਾ ਗਿਆ ਹੈ, ਜਿਹੜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਜੀਵਨ ਨੂੰ ਸੋਧ ਲੈਂਦੇ ਹਨ, ਜੀਵਨ ਨੂੰ ਰੰਗ ਲੈਂਦੇ ਹਨ। ਜੇ ਆਪਾਂ ਵਿਚਾਰ ਕਰੀਏ, ਕੇਵਲ ਵੇਦ ਸ਼ਬਦ ਵੇਦਾਂ ਦਾ ਪ੍ਰਤੀਕ ਮੰਨ ਕੇ ਅਰਥ ਕਰਨੇ ਵੀ ਠੀਕ ਨਹੀਂ ਹੈ। ਕੋਸ਼ਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਈ ਅਰਥ ਕੀਤੇ, ਜਿਵੇਂ ਮਹਾਨ ਕੋਸ਼ ਦੇ ਵੇਦਾਂ ਦੇ 5-6 ਅਰਥ ਕੀਤੇ ਹੋਏ ਹਨ। ਜਦੋਂ ਗੁਰਬਾਣੀ ਵਿੱਚ ਸਾਨੂੰ ਵੇਦਾਂ ਦੀ ਅਸਲੀਅਤ ਬਾਰੇ ਗਿਆਨ ਹੁੰਦਾ, ਅਸਲ ਗੱਲ ਸਮਝਣ ਵਾਲੀ ਇਹ ਹੈ ਕਿ ਜਦੋਂ ਅਸੀਂ ਗਿਆਨੀ ਬਾਣੀ ਪੜ੍ਹਦੇ ਹਾਂ ਤਾਂ ਇਹ ਸਾਨੂੰ ਸਮਝ ਆ ਜਾਂਦੀ ਹੈ ਵੀ ਇਹਨਾਂ ਸ਼ਾਸਤਰਾਂ ਵਿੱਚ ਕੇਵਲ ਪਾਪ ਪੁੰਨ ਦੀ ਜ਼ਿਕਰ ਆਉਂਦਾ ਹੈ। ਵਾਹਿਗੁਰੂ ਦੇ ਸ਼ਬਦ ਬਾਰੇ ਜਾਂ ਵਾਹਿਗੁਰੂ ਬਾਰੇ ਕੋਈ ਗਿਆਨ ਦੀ ਗੱਲ ਨਹੀਂ ਮਿਲਦੀ। ਫਿਰ ਗੁਰਮੁਖ ਨੂੰ ਵੇਦ ਵਿਚਾਰੀ ਕਹਿ ਦੇਣਾ ਜਾਂ ਇੱਥੇ ਤੱਕ ਸੀਮਤ ਕਰ ਲੈਣਾ, ਇਹ ਗੱਲ ਕੋਈ ਬਣਦੀ ਨਹੀਂ, ਫੱਬਦੀ ਨਹੀਂ ਹੈ। ਆਪਾਂ ਜੇ ਥੋੜੀ ਜਿਹੀ ਗੁਰੂ ਪਾਤਸ਼ਾਹ ਦੇ ਬਚਨਾਂ ਦੀ ਵਿਚਾਰ ਕਰੀਏ, ਸਤਿਗੁਰੂ ਜੀ ਕਹਿੰਦੇ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ, ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਓ। ਤੇ ਵੇਦ ਕੇਵਲ ਸੁਰਗਾਂ ਤੇ ਨਰਕਾਂ ਦੇ ਹੀ ਸੁਪਨੇ ਦਿਖਾਉਂਦੇ ਹਨ। ਇਹ ਗੱਲ ਪਾਪ ਤੇ ਪੁੰਨ ਦੀਆਂ ਹੀ ਗੱਲਾਂ ਕਰੀ ਜਾਂਦੇ ਨੇ। ਗੁਰਮਤਿ ਦਾ ਪਾਪ ਪੁੰਨ ਦੀ ਫਿਲਾਸਫੀ ਬੜੀ ਹੋਰ ਹੈ। ਉਹ ਕਰਮ, ਜਿਹੜਾ ਕਰਮ ਸਾਨੂੰ ਗੁਰੂ ਨਾਲ ਜੋੜ ਦੇ, ਉਹ ਸਾਡਾ ਪੁੰਨ ਕਰਮ ਹੈ। ਉਹ ਕਰਮ ਜਿਸ ਤੋਂ ਸਾਡੀ ਗੁਰੂ ਤੋਂ ਦੂਰੀ ਬਣ ਜਾਏ, ਉਹ ਪਾਪ ਕਰਮ ਹੈ। ਗੁਰਮਤਿ ਦੀ ਫਿਲਾਸਫੀ ਪਾਪ ਪੁੰਨ ਦੀ ਇਸ ਤਰ੍ਹਾਂ ਦੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ 1130 ਅੰਕ ਦੇ ਉੱਤੇ ਇੱਕ ਹੋਰ ਬਚਨ ਲਿਖਿਆ ਹੈ, ਸਿਮਰਤ ਸ਼ਾਸਤਰ ਪੜ੍ਹੇ ਮੁਨ ਕੀਤੇ, ਮੇਰੇ ਸ਼ਬਦੈ ਸੁਰਤ ਨਾ ਪਾਈ। ਬਹੁਤ ਸਾਰੇ ਦੇਵਤੇ ਕਹਾਉਂਦੇ ਹੋਏ ਵੀ ਇਹ ਪੜ੍ਹਦੇ ਰਹੇ, ਸਿਮਰਤੀਆਂ ਸ਼ਾਸਤਰਾਂ ਦੀ ਗੱਲ ਕਰਦੇ ਰਹੇ, ਪਰ ਮੇਰੇ ਸ਼ਬਦੈ ਸੁਰਤ ਨਾ ਪਾਈ, ਗਿਆਨ ਨਹੀਂ ਹੋਇਆ। ਇਹਨਾਂ ਤੋਂ ਅਗਵਾਈ ਠੀਕ ਮਿਲ ਵੀ ਨਹੀਂ ਸਕਦੀ। ਅਸਲ ਗਿਆਨ ਤੇ ਲੇਵ ਵਾਲੀ ਗੱਲ ਕੇਵਲ ਸਤਿਗੁਰੂ ਜੀ ਦੀ ਬਾਣੀ ਦੇ ਦੱਸਦੀ ਹੈ। ਵੇਦਾਂ ਨੂੰ ਗੁਰੂ ਦੇ ਗਿਆਨ ਦਾ ਆਸਰਾ ਲੈਣ ਦੀ ਵੀ ਲੋੜ ਹੈ, ਜਿਹੜੇ ਇਹ ਵੇਦ ਹਨ, ਕਿਉਂਕਿ ਵੇਦਾਂ ਦਾ ਵਿੱਚ ਕਰਤਾਰੀ ਗੁਣਾਂ ਦੀ ਕੋਈ ਗੱਲਬਾਤ ਨਹੀਂ ਹੈ। ਇਸ ਲਈ ਗੁਰਮੁਖ ਦੀ ਵੇਦਾਂ ਨਾਲ ਸਾਂਝ ਜਿਹੜੀ ਹੈ,
ਉਹ ਕਹਿ ਦੇਣਾ ਜਾਂ ਕਹਿ ਦੇਣਾ, ਇਹ ਬੜੀ ਹਾਸੋਹੀਣੀ ਜੀ ਗੱਲ ਹੈ। ਭਾਈ ਗੁਰਦਾਸ ਜੀ ਨੇ 28ਵੀਂ ਵਾਰ ਦੀ 15ਵੀਂ ਪੌੜੀ ਚ ਇੱਕ ਬਚਨ ਕੀਤਾ ਹੈ, ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚੈ ਮਨ ਪਰਚਾਏ। ਸ਼ਬਦ ਦੀ ਸੁਰਤ ਪਰਚਾ ਕਰੇ, ਵੀ ਜਿਹੜਾ ਸੰਬੰਧ ਸ਼ਬਦ ਦਾ ਸੁਰਤ ਦਾ ਜੋੜ ਲਵੇ। ਪਰਚੇ ਦਾ ਫਿਰ ਇੱਥੇ ਜੋੜਤਾ ਹੈ, ਮਿੱਤਰਤਾ ਹੈ। ਜਿਹੜਾ ਇਨਸਾਨ ਆਪਣੇ ਸੁਰਤ ਨੂੰ ਸ਼ਬਦ ਵਿੱਚ ਜੋੜ ਲੈਂਦਾ ਹੈ, ਮਿੱਤਰਤਾ ਬਣਾ ਲੈਂਦਾ ਹੈ, ਤੇ ਸਾਹਿਬ ਜੀ ਕਹਿੰਦੇ ਸਤਿਗੁਰ ਪਰਚੈ ਮਨ ਪਰਚਾਏ। ਫਿਰ ਉਹਦਾ ਗੁਰੂ ਦੇ ਨਾਲ ਵੀ ਰਿਸ਼ਤਾ ਪੱਕਾ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ ਵੀ ਉਹਦਾ ਗੁਰੂ ਨਾਲ ਵੀ ਰਿਸ਼ਤਾ ਪੱਕਾ ਹੋ ਜਾਂਦਾ ਹੈ, ਗੰਢ ਬਣ ਜਾਂਦੀ ਹੈ, ਫਿਰ ਰਿਸ਼ਤਾ ਟੁੱਟਦਾ ਵੀ ਨਹੀਂ ਹੈ। ਬਚਨ ਅਸੀਂ ਪੜ੍ਹਦੇ ਹਾਂ ਸੂਹੀ ਰਾਗ ਦੇ ਵਿੱਚ, ਗੁਰੂ ਰਾਮਦਾਸ ਮਹਾਰਾਜ ਦਾ, ਜਿਹਨੂੰ ਲਾਵਾਂ ਦਾ ਪਾਠ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ। ਕੱਲ ਵੀ ਅਸੀਂ ਦੂਜੀ ਉਸ ਅੰਕ ਦੇ ਵਿਚਾਰ ਥੋੜੀ ਜਿਹੀ ਲਈ ਸੀ, ਜਿੱਥੋਂ ਇਹ ਆਰੰਭੀ ਪਾਠ ਹੁੰਦਾ ਹੈ ਉੱਥੇ ਪਹਿਲੀ ਲਾਮ ਜਿਹਨੂੰ ਅਸੀਂ ਕਹਿੰਦੇ ਆ, ਜਿਹੜਾ ਪਹਿਲਾ ਅੰਕ ਹੈ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿੜਾਇਆ ਬਲ ਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿੜੋ, ਪਾਪ ਤਚਾਇਆ ਬਲਰਾਮ ਜੀਓ। ਧਰਮ ਦਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਇਹ ਬਚਨ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ, ਪ੍ਰਵਿਰਤੀ ਦਾ ਅਰਥ ਹੁੰਦਾ ਹੈ ਅਸਲ ਵਿੱਚ, ਜਿਹਨੂੰ ਗ੍ਰਸਤੀ ਅਸੀਂ ਕਹਿੰਦੇ ਆ। ਨਿਵਿਰਤੀ ਦਾ ਅਰਥ ਹੁੰਦਾ ਤਿਆਗ, ਪ੍ਰਵਿਰਤੀ ਦਾ ਹੁੰਦਾ ਹੈ ਇਸ ਸੰਸਾਰ ਵਿੱਚ ਰਹਿਣਾ। ਜਦੋਂ ਇਸ ਪ੍ਰਵਿਰਤ ਵਿੱਚ ਹੀ ਵਾਹਿਗੁਰੂ ਨੇ ਨਾਮ ਜਪਣ ਦਾ ਕਰਮ ਦ੍ਰਿੜ ਕਰਵਾ ਦਿੱਤਾ, ਵਾਹਿਗੁਰੂ ਨੇ ਨਾਮ ਜਪਣ ਦਾ ਅਭਿਆਸ ਸ਼ੁਰੂ ਕਰਾ ਦਿੱਤਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਹਨ ਕਿ ਇਹ ਵਾਹਿਗੁਰੂ ਦੀ ਕਿਰਪਾ ਸਦਕਾ, ਵਾਹਿਗੁਰੂ ਦੀ ਬਖਸ਼ਿਸ਼ ਸਦਕਾ, ਵਾਹਿਗੁਰੂ ਦੀ ਮਿਹਰ ਸਦਕਾ ਮੇਰਾ ਹੁਣ ਅਭਿਆਸ ਉਧਰ ਬਣ ਗਿਆ ਹੈ। ਮੈਨੂੰ ਹੁਣ ਬਾਣੀ ਬ੍ਰਹਮਾ ਵੇਦ ਦੀ ਲੋੜ ਨਹੀਂ, ਕਿਉਂਕਿ ਇਹ ਕੇਵਲ ਤਾਂ ਕੇਵਲ ਇੱਕ ਸੀਮਤ ਦਾਇਰੇ ਤੱਕ ਰੱਖਦੇ ਹਨ। ਹੁਣ ਧਰਮ ਦੀ ਗੱਲ ਹੈ, ਧਰਮ ਜਿਹੜੇ ਕਰਨ ਦੀ ਗੱਲਬਾਤ ਸਮਝਾਈ ਹੈ। ਪਾਪ ਤਿਆਗਣ ਦੀ ਗੱਲ ਕੀਤੀ, ਉਹ ਕਰਮ ਤਿਆਗਣੇ ਹਨ ਜਿਨ੍ਹਾਂ 'ਚ ਗੁਰੂ ਚੇਤੇ ਨਹੀਂ ਆਉਂਦਾ। ਉਹ ਕਰਮ ਤਿਆਗਣੇ ਆ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਵਿੱਚ ਗੁਰੂ ਚਿੱਤ ਨਹੀਂ ਆਉਂਦਾ। ਜੇ ਗੁਰੂ ਚਿੱਤ ਆਉਂਦਾ ਹੋਵੇ ਤਾਂ ਫਿਰ ਉਹ ਕਰਮ ਕਰਨੇ ਹਨ। ਜਿਹੜੇ ਕਰਮਾਂ ਵਿੱਚ ਗੁਰੂ ਭੁੱਲ ਜਾਏ ਉਹ ਕਰਮ ਨਹੀਂ ਕਰਨਾ। ਭਾਵ ਜਿਸ ਵਿੱਚ ਸਾਨੂੰ ਗੁਰੂ ਦਾ ਆਸਰਾ ਹੀ ਨਾ ਨਜ਼ਰ ਆਉਂਦਾ ਹੋਵੇ, ਭਾਵ ਅਸੀਂ ਇਹ ਗੱਲ ਕਰੀ ਜਾਈਏ, ਇਹ ਕੰਮ ਕਰੀ ਜਾਈਏ, ਪਰ ਸਤਿਗੁਰੂ ਜੀ ਨੇ ਸਾਨੂੰ ਮੱਤ ਦਿੱਤੀ ਹੈ ਵੀ ਇਹ ਜਿਹੜਾ ਗੁਰਮੁਖ ਹੈ, ਜਿਹਨੇ ਗੁਰ ਅਨਸਾਰੀ ਹੋ ਗਿਆ ਹੈ, ਇਹ ਹੁਣ ਧਾਰਮਿਕ ਪੁਸਤਕਾਂ ਦੀ ਉਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਕੇਵਲ ਪ੍ਰੀਤੀ ਆਪਣੇ ਸ਼ਬਦ ਨਾਲ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਕਰਦਾ ਹੈ। ਕਿਉਂਕਿ ਹੁਣ ਇਹਦੇ ਲਈ ਬਾਣੀ ਹੀ ਬ੍ਰਹਮਾ ਦਾ ਵੇਦ ਹੈ, ਬਾਣੀ ਬ੍ਰਹਮਾ ਵੇਦ। ਇਹਦੇ ਲਈ ਬਾਣੀ ਜਿਹੜੀ ਹੈ ਉਹੀ ਬ੍ਰਹਮਾ ਦਾ ਵੇਦ ਹੈ। ਹੁਣ ਇਹਨੂੰ ਦੂਜੇ ਵੇਦਾਂ ਦੀ ਲੋੜ ਨਹੀਂ। ਤੇ ਇਹ ਕਰਦਾ ਕੀ ਹੈ, ਧਰਮ ਦਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਨੂੰ ਦੇ ਅੰਦਰ ਪੱਕਾ ਕਰਦਾ ਹੈ ਤੇ ਆਪਣੇ ਅੰਦਰੋਂ ਮਾੜੇ ਸੰਸਕਾਰਾਂ ਨੂੰ ਤਿਆਗਦਾ ਹੈ। ਜਿਵੇਂ ਜਿਵੇਂ ਇਹਦੀ ਸੋਚ ਇਸ ਤਰ੍ਹਾਂ ਦੀ ਬਣਦੀ ਹੈ, ਫਿਰ ਇਹ ਕਹਿੰਦੇ ਨੇ ਵਾਹਿਗੁਰੂ ਦੀ ਯਾਦ ਹੀ ਇਹਦੇ ਲਈ ਸਿਮਰਤੀਆਂ ਦੇ ਉਪਦੇਸ਼ ਤੋਂ ਉੱਪਰ ਹੈ। ਜਿਹੜੀਆਂ ਸਿਮਰਤੀਆਂ ਉਪਦੇਸ਼ ਕਰਦੀਆਂ ਨੇ, ਜਿਹੜੀਆਂ ਸਿਮਰਤੀਆਂ ਹਨ ਸਨਾਤਨ ਮੱਤ ਦੀਆਂ, ਕਹਿੰਦੇ ਜਿਨ੍ਹਾਂ ਨੇ ਜਿਹੜਾ ਉਹ ਉਪਦੇਸ਼ ਕਰਦੀਆਂ ਨੇ, ਵਾਹਿਗੁਰੂ ਦਾ ਸ਼ਬਦ ਜਿਹੜਾ ਧਰਮ ਦਿੜੋ ਹਰ ਨਾਮ ਧਿਆਵੋ, ਹਰੀ ਦਾ ਨਾਮ ਧਿਆਉਣਾ ਹੀ ਜਿਹੜਾ ਸਿਮਰਤ ਨਾਮ ਦਿੜਾਇਆ, ਇਹ ਹਰੀ ਦੀ ਬੰਦਗੀ ਕਰਨੀ ਹੀ ਸਿਮਰਤੀਆਂ ਦੇ ਨਾਮ ਤੋਂ ਉੱਪਰ ਹੈ, ਉਹਦੇ ਉਪਦੇਸ਼ ਤੋਂ ਉੱਪਰ ਹੈ। ਤੇ ਗੁਰੂ ਮਹਾਰਾਜ ਨੇ ਜਿਹੜੀ ਗੱਲ ਸਾਨੂੰ ਇੱਥੇ ਸਮਝਾਈ ਹੈ, ਉੱਥੇ ਵੇਦਾਂ ਸ਼ਾਸਤਰਾਂ ਦੀ ਗੱਲ ਨਹੀਂ ਕੀਤੀ। ਜੇ ਅਸੀਂ ਇਹ ਸਮਝੀਏ ਫਿਰ ਆਨੰਦ ਸਾਹਿਬ ਜੀ ਦੀ ਬਾਣੀ ਸਾਨੂੰ ਦੇਖਣੀ ਪਏਗੀ, ਵਾਚਣੀ ਪਏਗੀ। ਸਤਿਗੁਰੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਜਿਹੜੀ ਗੱਲ ਕੀਤੀ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ, ਇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁਤਿਆ ਰਹਿਣ ਵਿਹਾਣੀ। ਫਿਰ ਅੱਗੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ
ਸੋ ਤਤ ਪਾਏ ਜਿਸ ਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਤਤ ਦੀ ਗੱਲ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾ ਦਿੱਤੀ। ਕਹਿੰਦੇ ਬਸ ਸਿਮਰਤੀਆਂ ਦੇ ਵਿਚਾਰਾਂ 'ਚ ਹੀ ਲੱਗੇ ਰਹੇ। ਉਹਨੇ ਪਾਪ ਪੁੰਨ ਦੇ ਚੱਕਰਾਂ ਵਿੱਚ ਪਾ ਦਿੱਤਾ। ਇਹ ਕਰੋਗੇ ਪਾਪ ਲੱਗੇਗਾ, ਇਹ ਕਰੋਗੇ ਪੁੰਨ ਮਿਲਦਾ ਹੈ, ਇਹ ਕਰੋਗੇ ਨਰਕ 'ਚ ਜਾਓਗੇ, ਇਹ ਕੰਮ ਕਰੋਗੇ ਸਵਰਗਾਂ 'ਚ ਜਾਓਗੇ। ਸਾਡੇ ਵੀ ਕੁਝ ਐਸੇ ਪ੍ਰਚਾਰਕ ਜਾਂ ਡੇਰੇਦਾਰ ਐਸੇ ਹਨ ਜਿਨ੍ਹਾਂ ਨੇ ਸਾਡੀ ਭੋਲੀ ਭਾਲੀ ਗੁਰੂ ਕੀ ਸਿੱਖਾਂ ਨੂੰ ਵੀ ਇਸ ਪਾਸੇ ਹੀ ਲਾਇਆ ਹੋਇਆ ਹੈ। ਇਹ ਗੱਲ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਕਹਿੰਦੇ ਤਤ ਦੀ ਗੱਲ ਤਾਂ ਦੱਸਦੇ ਨਹੀਂ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ। ਮੁਬਾਰਕ ਹਨ ਜਿਨ੍ਹਾਂ ਨੂੰ ਧਰਮ ਗ੍ਰੰਥ ਹਨ, ਉਹ ਸੰਸਾਰੀ ਹੋ ਕੇ ਚੱਲਣਾ ਵੀ ਚਾਹੀਦਾ ਹੈ। ਉਹਨਾਂ ਦਾ ਧਰਮ ਜੋ ਸਿਖਾਉਂਦਾ ਹੈ ਉਹਨਾਂ ਲਈ ਮੁਬਾਰਕ ਹੈ। ਪਰ ਗੁਰੂ ਕੇ ਸਿੱਖ ਲਈ ਜੋ ਸ਼ਬਦ ਸਿਖਾਉਂਦਾ ਹੈ, ਜੋ ਗਿਆਨ ਦਾ ਸਾਗਰ ਸੋਚਦਾ ਸਾਡੇ ਪਾਸ ਹੈ, ਜੋ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਸਾਡੇ ਕੋਲ ਹਨ, ਤੇ ਸਾਡੇ ਲਈ ਇਹ ਅਸਲ ਵਿੱਚ ਸਾਡਾ ਅਮਲੀ ਜੀਵਨ ਇਹੋ ਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਜੁੜਦੇ ਹੋਈਏ। ਉਹ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਇੱਥੇ ਸਮਝਾ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਮਾਣਿਕ ਸਿਧਾਂਤ ਸਾਡੇ ਸਾਹਮਣੇ ਹੈ, ਸਭ ਨੇ ਨਾਦ ਵੇਦ ਗੁਰਬਾਣੀ, ਸਾਡੇ ਲਈ ਸਾਰਾ ਕੁਝ ਗੁਰਬਾਣੀ ਹੈ। ਇਹਨੂੰ ਅਸੀਂ ਛੱਡ ਨਹੀਂ ਸਕਦੇ। ਸੋ ਇੱਥੇ ਵੇਦ ਵਿਚਾਰਨ ਦਾ ਭਾਵ ਇਹ ਹੈ ਗਿਆਨ ਦਾ ਅੰਦਰ ਅਧਿਐਨ ਕਰ ਲੈਣਾ, ਗਿਆਨ ਨੂੰ ਪੱਕਾ ਕਰ ਲੈਣਾ। ਇਸ ਲਈ ਗੁਰੂ ਸਾਹਿਬ ਜੀ ਦੇ ਜੇ ਪਾਵਨ ਉਪਦੇਸ਼ ਅਸੀਂ ਸੋਈਆਂ ਵਿੱਚ ਵੀ ਪੜ੍ਹਦੇ ਹਾਂ, ਤੇ 33 ਸੋਈਆਂ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਵੇਦ ਕਤੇਵ ਕੇ ਭੇਦ ਸਭੈ ਤਜ ਕੇਵਲ ਕਾਲ ਕਿਰਪਾ ਨਿਧ ਮਾਨਿਓ। ਗੁਰੂ ਪਾਤਸ਼ਾਹ ਜੀ ਜਿਹੜਾ ਬਚਨ ਆਉਂਦਾ, ਕਹਿੰਦੇ ਇਹਨਾਂ ਦੀ ਗੱਲਾਂ ਛੱਡੋ। ਉਹ ਸਾਹਿਬ ਜੀ ਨੇ ਜੋ ਬਚਨ ਸਾਨੂੰ ਸਮਝਾਇਆ ਹੈ ਉਹਦੇ ਚ ਬੜੀ ਪਿਆਰੀ ਗੱਲ ਹੋਈ ਸਮਝਾਈ ਕਿ ਸਾਡਾ ਸਾਂਝ ਕੇਵਲ ਤਾਂ ਕੇਵਲ ਗੁਰੂ ਨਾਲ ਹੈ। ਅਸੀਂ ਜਦੋਂ ਸ਼ਬਦ ਨਾਲ ਮੁਹੱਬਤ ਕਰ ਲੈਂਦੇ ਹਾਂ, ਸ਼ਬਦ ਨਾਲ ਪਿਆਰ ਕਰ ਲੈਂਦੇ ਹਾਂ, ਸ਼ਬਦ ਨਾਲ ਜੁੜ ਜਾਂਦੇ ਹਾਂ, ਫਿਰ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਸਿੱਖ ਰਹਿਤ ਮਰਿਆਦਾ ਨੂੰ ਵੀ ਜਦੋਂ ਅਸੀਂ ਪੜ੍ਹਦੇ ਹਾਂ ਗੁਰਮਤਿ ਦੀ ਰਹਿਣੀ ਦੇ ਵਿੱਚ, ਉਹਦੇ ਚ ਵੀ ਇਹ ਲਿਖਿਆ ਹੋਇਆ ਵੀ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਲਿਆਉਣਾ, ਕਿਉਂਕਿ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਗਿਆਨ ਦੇ ਦਾਤੇ ਹਨ। ਹਾਂ, ਗਿਆਨ ਲੈਣ ਲਈ ਪੁਸਤਕਾਂ ਦਾ ਅਧਿਐਨ ਕਰਨਾ ਕੋਈ ਮਾੜੀ ਬਾਤ ਨਹੀਂ ਹੈ, ਮਾੜੀ ਗੱਲ ਨਹੀਂ ਹੈ, ਪਰ ਇਹਨਾਂ ਤੇ ਭਰੋਸਾ ਰੱਖ ਕੇ ਜੀਵਨ ਨੂੰ ਜੀਣਾ ਇਹ ਸਿੱਖ ਦਾ ਕਰਮ ਨਹੀਂ ਹੈ। ਮੁਬਾਰਕ ਉਹਨਾਂ ਲਈ ਜਿਨ੍ਹਾਂ ਦੇ ਦੇਵੀ ਦੇਵਤਿਆਂ ਨੇ ਇਹ ਗ੍ਰੰਥ ਉਹਨਾਂ ਨੂੰ ਦਿੱਤੇ ਹਨ, ਜੀ ਸਦਕੇ ਉਹਨਾਂ ਨੂੰ ਕਰਨਾ ਚਾਹੀਦਾ, ਉਹ ਕਰਦੇ ਹਨ। ਕਰਨ ਜਾਂ ਨਾ ਕਰਨ, ਗੁਰੂ ਕੇ ਸਿੱਖ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ। ਗੁਰੂ ਕਾ ਸਿੱਖ ਇਸ ਤੋਂ ਉੱਪਰ ਉੱਠ ਕੇ ਗਿਆਨ ਦੇ ਨਾਲ ਆਪਣੀ ਡੂੰਘੀ ਸਾਂਝ ਬਣਾਉਂਦਾ ਹੈ। ਤੇ ਜਿਵੇਂ ਜਿਵੇਂ ਗਿਆਨ ਆਉਂਦਾ ਹੈ ਫਿਰ ਉਹਨੂੰ ਸਮਝ ਵੀ ਆ ਜਾਂਦੀ ਹੈ ਕਿ ਕਰਨਾ ਕੀ ਹੈ, ਹੋਣਾ ਕੀ ਹੈ, ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ, ਗੁਰਮੁਖ ਪਰਚੈ ਵੇਦ ਵਿਚਾਰੀ। ਜਿਹੜਾ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ, ਉਹਨੂੰ ਪੂਰਨ ਭਰੋਸਾ ਹੋ ਜਾਂਦਾ ਹੈ ਕਿ ਮੈਨੂੰ ਹੁਣ ਕਿਸੇ ਹੋਰ ਚੀਜ਼ ਦੀ ਲੋੜ ਨਹੀਂ, ਮੈਨੂੰ ਆਪਣਾ ਗੁਰੂ ਸ਼ਬਦ ਹੀ ਸਾਰੀ ਮੇਰੀ ਅਗਵਾਈ ਕਰੇਗਾ। ਭਾਵ ਇਹਨਾਂ ਤੋਂ ਉੱਪਰ ਉੱਠ ਕੇ ਗਿਆਨ ਉਹਦੀ ਜ਼ਿੰਦਗੀ, ਭਾਵ ਅਧਿਆਤਮਕਵਾਦ ਉਹਦੇ ਅੰਦਰ ਘਰ ਕਰ ਜਾਂਦਾ ਹੈ, ਪੱਕਾ ਹੋ ਜਾਂਦਾ ਹੈ, ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ। ਗੁਰਮੁਖ ਪਰਚੈ ਤਰੀਐ ਤਾਰੀ। ਗੁਰੂ ਨਾਲ ਡੂੰਘੀ ਸਾਂਝ ਵਧਾਉਣ ਨਾਲ, ਮਿੱਤਰਤਾ ਬਣਾਉਣ ਨਾਲ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ, ਪਾਰ ਹੋ ਜਾਈਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਗੱਲ ਸਮਝਾਈ, ਬਾਰ-ਬਾਰ ਇਹ ਗੱਲ ਸਮਝਾਈ ਵੀ ਇਹ ਸੰਸਾਰ ਜਿਹੜਾ ਹੈ ਭਿਆਨਕ ਹੈ, ਸਮੁੰਦਰ ਹੈ, ਸਾਗਰ ਹੈ, ਤੇ ਫਿਰ ਇਹ ਤੋਂ ਪਾਰ ਕਿਵੇਂ ਹੋਈਏ, ਇਸ ਤੋਂ ਪਾਰ ਕਿਵੇਂ ਲੰਘੀਏ। ਇਹ ਵੀ ਗੱਲ ਪਾਤਸ਼ਾਹ ਨੇ ਦੱਸੀ ਵੀ ਇਹ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿੱਚੋਂ ਆਤਮਿਕ ਜੀਵਨ ਨੂੰ ਸੜਨ ਤੋਂ ਬਚਾਉਣਾ ਕਿਵੇਂ ਹੈ, ਇਹ ਵੀ ਸਾਨੂੰ ਮਹਾਰਾਜ ਨੇ ਦੱਸਿਆ। ਇਸ ਭਿਆਨਕ ਸਾਗਰ ਦੇ ਵਿੱਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਕਈ ਗਾਫਲ ਡੁੱਬਦੇ ਨੇ ਇਹਦੇ ਵਿੱਚ,
ਕਿ ਡੁੱਬਦੇ ਜਾ ਰਹੇ ਆ। ਪਰ ਜਿਹੜੇ ਪ੍ਰਭੂ ਦੇ ਬੇੜੀ ਦੇ ਸਵਾਰ ਹੋ ਜਾਂਦੇ ਹਨ, ਜਿਹੜੇ ਸਤਿਗੁਰ ਦੀ ਬੇੜੀ ਦੇ ਕਦਮ ਰੱਖ ਲੈਂਦੇ ਹਨ, ਜਿਹੜੇ ਬੈਠ ਜਾਂਦੇ ਹਨ, ਉਹ ਸੰਸਾਰ ਭਵਗਲ ਤੋਂ ਪਾਰ ਲੰਘ ਜਾਂਦੇ ਆ। ਦੇਖੋ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ ਹੈ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਾਵਨ ਬਚਨ ਹੈ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਇੱਕ ਆਵੇਂ ਇੱਕ ਜਾਮ ਹੀ ਪੂਰ ਪੂਰ ਭਰੇ ਅਹੰਕਾਰ। ਮਨ ਹਠ ਮਤੀ ਬੁੱਢੀਐ ਗੁਰਮੁਖ ਸੱਚ ਸੁਤਾਰ। ਗੁਰ ਬਿਨ ਕਿਉ ਤਰੀਐ ਸੁਖ ਹੋਏ। ਜਿਉ ਭਾਵੇ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ। ਫਿਰ ਕਹਿੰਦੇ ਅੱਗੇ ਪਾਤਸ਼ਾਹ ਨੇ ਹੋਰ ਬਚਨ ਲਿਖਿਆ, ਕਹਿੰਦੇ ਨੇ ਆਗੇ ਦੇਖੂੰ ਤੋ ਜਲੈ ਪਾਛੇ ਹਰਿਓ ਅੰਗੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵੀ ਸਾਚੇ ਮਹਿਲ ਹਦੂਰ। ਨਾਨਕ ਬੇੜੀ ਸੱਚ ਦੀ, ਵੀ ਜਿਹੜੇ ਸੱਚ ਦੀ ਬੇੜੀ ਤੇ ਸਵਾਰ ਹੋ ਜਾਂਦੇ ਹਨ, ਬੇੜੀ ਸੱਚ ਦੀ ਹੋਵੇ, ਗੁਰੂ ਸਾਡਾ ਮਲਾਹ ਹੋਵੇ, ਜੇ ਗੁਰੂ ਦੀ ਬਾਂਹ ਅਸੀਂ ਫੜੀ ਹੋਈ ਹੋਵੇ, ਤੇ ਗੁਰੂ ਸਾਨੂੰ ਕਿਰਪਾ ਕਰਕੇ ਸੰਸਾਰ ਭਵਗਲ ਤੋਂ ਪਾਰ ਕਰਾ ਦਿੰਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵੀ ਇਸ ਸੰਸਾਰ ਸਾਗਰ ਦੇ ਵਿੱਚ ਉੱਠਦੀਆਂ ਹੋਈਆਂ ਲਹਿਰਾਂ ਜਿਹੜੀਆਂ ਨੇ, ਜਦੋਂ ਅਸੀਂ ਸ਼ਬਦ ਨਾਲ ਜੁੜ ਜਾਂਦੇ ਆ, ਉਹ ਸ਼ਬਦ ਫਿਰ ਸਾਨੂੰ ਡੁੱਬਣ ਨਹੀਂ ਦਿੰਦਾ। ਲਕੜੀ ਸੋਥਾਨ ਜੋੜਨ ਹਾਰੇ ਜੋੜੀਆ। ਨਾਨਕ ਲਹਿਰੀ ਲੱਖ ਸਹਿ ਆਨ ਡੁੱਬਣ ਦੇ ਨਾ ਮਾਂ ਪਿਰੀ। ਹੁਣ ਮੇਰਾ ਪਿਆਰਾ ਕੀ ਕਰਦਾ ਹੈ? ਡੁੱਬਣ ਹੀ ਨਹੀਂ ਦਿੰਦਾ, ਕਿਉਂਕਿ ਸੰਸਾਰ ਭਵਜਲ ਚ ਲਹਿਰਾਂ ਬਹੁਤ ਨੇ, ਦੁਨੀਆ ਦੀ ਜਿੱਲਣ ਬਹੁਤ ਹੈ। ਪਰ ਹੁਣ ਮੇਰੀ ਉਹ ਵਧੀਆ ਥਾਂ ਤੇ, ਉਸ ਟਿਕਾਣੇ ਤੇ ਪ੍ਰੀਤ ਲੱਗ ਗਈ ਹੈ। ਸੁਥਾਨ ਵਧੀਆ, ਸਭ ਤੋਂ ਵਧੀਆ ਲਕੜੀ ਸੁਥਾਨ ਲਾਈ ਕਹਿੰਦੇ ਆ ਮੇਰੇ ਮਾਲਕ ਨੇ, ਮੇਰੇ ਪ੍ਰੀਤਮ ਨੇ, ਮੇਰੇ ਗੁਰੂ ਨੇ। ਜੋੜਨ ਹਾਰੇ ਜੋੜੀਆ। ਨਾਨਕ ਲਹਿਰੀ ਲੱਖ ਸਹਿ ਆਨ। ਹਜ਼ਾਰਾਂ ਲਹਿਰਾਂ ਵੀ ਆ ਜਾਣ, ਕਈ ਸੈਂਕੜੇ ਲੱਖਾਂ ਲਹਿਰਾਂ ਵੀ ਉੱਠ ਜਾਣ ਇਸ ਸੰਸਾਰ ਦੇ ਸਮੁੰਦਰ ਵਿੱਚ, ਪਰ ਡੁੱਬਣ ਦੇ ਨਾ ਮਾਂ ਪਿਰੀ। ਮੇਰਾ ਪਿਆਰਾ, ਮੇਰਾ ਮਿੱਤਰ, ਮੇਰਾ ਯਾਰ, ਮੇਰਾ ਦੋਸਤ, ਉਹ ਮੈਨੂੰ ਡੁੱਬਣ ਨਹੀਂ ਦਿੰਦਾ। ਇਸ ਸੰਸਾਰ ਭਵਜਲ ਤੋਂ ਮੈਨੂੰ ਡੁੱਬਣ ਹੀ ਨਹੀਂ ਦਿੰਦਾ। ਕਹਿੰਦੇ ਸੰਸਾਰ ਭਵਜਲ ਦੇ ਜੰਗਲ ਦੇ ਵਿੱਚ ਮੈਨੂੰ ਇੱਕ ਸਾਥੀ ਲੱਭ ਪਿਆ, ਮੈਨੂੰ ਇੱਕ ਮਾਲਕ ਮਿਲ ਗਿਆ। ਵਨ ਪਿਹਾਵਲੇ ਇੱਕ ਸਾਥੀ ਲੱਦਮ। ਦੁੱਖ ਹਰਤਾ ਹਰਨਾਮਾ। ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਇਹ ਡਰਾਉਣਾ ਜੰਗਲ ਸੀ ਸੰਸਾਰ। ਗੁਰੂ ਪਾਤਸ਼ਾਹ ਨੇ ਜੰਗਲ ਕਿਹਾ, ਸਾਗਰ ਕਿਹਾ, ਗੁਰੂ ਸਾਹਿਬ ਜੀ ਨੇ ਇਹਨੂੰ ਅੱਗ ਕਿਹਾ। ਗੁਰੂ ਪਾਤਸ਼ਾਹ ਕਹਿੰਦੇ ਵਨ ਪਿਹਾਵਲੇ, ਇਹ ਡਰਾਉਣੇ ਜੰਗਲ ਦੇ ਵਿੱਚ ਜਿਹੜਾ ਡਰਾਉਂਦਾ ਸੀ। ਇੱਕ ਸਾਥੀ ਲੱਦਮ, ਇੱਕ ਸਾਥੀ ਮਿਲ ਗਿਆ ਮੈਨੂੰ, ਮੈਂ ਲੱਭ ਲਿਆ ਇੱਕ ਸਾਥੀ ਜਿਹੜਾ ਦੁੱਖ ਹਰਤਾ ਹਰਨਾਮਾ। ਉਹ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦੀ ਬੰਦਗੀ, ਕਰਤਾਰ ਦੀ ਯਾਦ, ਦਾਤੇ ਦਾ ਨਾਮ। ਕਹਿੰਦੇ ਮੇਰਾ ਸਾਥੀ ਬਣ ਗਿਆ। ਜਦੋਂ ਮੇਰਾ ਸਾਥੀ ਇਹ ਬਣ ਜਾਏ, ਉਦੋਂ ਫਿਰ ਇਹ ਮੇਰਾ ਸਾਥ ਛੱਡਦਾ ਵੀ ਨਹੀਂ। ਦੁਨੀਆ ਦੇ ਸਾਥ ਥੋੜ੍ਹੇ ਚਿਰੇ ਹੁੰਦੇ ਹਨ, ਦੋਸਤ ਮਿੱਤਰ ਸੰਬੰਧੀ, ਭੈਣ ਭਰਾ, ਮਾਂ ਬਾਪ, ਰਿਸ਼ਤੇ ਨਾਤੇ, ਪਤਨੀ ਪਤੀ, ਇਹ ਸਭ ਥੋੜ੍ਹੇ ਚਿਰੇ ਹਨ। ਜਦ ਤੱਕ ਇਹ ਰਿਸ਼ਤਾ, ਜਦ ਤੱਕ ਬੰਦੇ ਅੰਦਰ ਸਵਾਸ ਚੱਲਦਾ ਹੈ, ਉਦੋਂ ਤੱਕ ਰਿਸ਼ਤਾ ਕਾਇਮ ਹੈ। ਪਰ ਗੁਰੂ ਐਸਾ ਰਿਸ਼ਤਾ ਗੜ੍ਹਦਾ ਹੈ ਜਿਹੜਾ ਇਸ ਆਪਣੇ ਘਰ ਵਿੱਚ ਲੈ ਕੇ ਚਲਾ ਜਾਂਦਾ, ਆਪਣੇ ਘਰ ਵਿੱਚ ਲੈ ਕੇ ਚਲਾ ਜਾਂਦਾ। ਗੁਰੂ ਸਾਨੂੰ ਛੱਡਦਾ ਨਹੀਂ, ਬਾਂਹ ਐਸੀ ਫੜਦਾ। ਅਗਰ ਸਾਗਰ ਬੁੱਢ ਸੰਸਾਰਾ, ਨਾਨਕ ਬਾਂਹ ਫਕਰ ਸਤਿਗੁਰ ਨਿਸਤਾਰਾ। ਵੀ ਇਸ ਸੰਸਾਰ ਵਿੱਚ ਡੁੱਬਦੇ ਹੋਇਆਂ ਨੂੰ ਬਾਂਹ ਫੜਦਾ ਤੇ ਕੱਢ ਕੇ ਕਹਿੰਦਾ ਇੱਧਰ ਆ ਜਾਓ। ਕਿਉਂਕਿ ਗੁਰੂ ਇੰਨਾ ਸਮਰੱਥ ਹੈ, ਗੁਰੂ ਇੰਨਾ ਬਖਸ਼ਿਸ਼ ਕਰਨ ਵਾਲਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੱਬੈ। ਮੰਝ ਮੁਹੱਬਤ ਤੇਰੀ। ਵੀ ਹੁਣ ਸੰਸਾਰ ਦੀ ਨਦੀ ਵਿੱਚ ਮੇਰਾ ਪੈਰ ਖੁੱਬਦਾ ਹੀ ਨਹੀਂ ਹੈ। ਜਿਹੜੀ ਜਿੱਲਣ ਜੀ ਹੁੰਦੀ ਹੈ, ਉੱਥੇ ਨਹੀਂ ਮੇਰਾ ਪੈਰ ਖੁੱਬਦਾ। ਹੁਣ ਮੇਰੇ ਅੰਦਰ ਤੇਰੀ ਮੁਹੱਬਤ ਬਣ ਗਈ ਹੈ, ਤੇਰੇ ਨਾਲ ਪਿਆਰ ਬਣ ਗਿਆ। ਜਦੋਂ ਤੇਰੇ ਨਾਲ ਮੁਹੱਬਤ ਬਣੀ ਹੈ, ਤੇਰੇ ਨਾਲ ਪਿਆਰ ਬਣਿਆ, ਤਾਂ ਤੇਰੇ ਚਰਨਾਂ ਨਾਲ ਹੁਣ ਮੇਰਾ ਹਿਰਦਾ ਸੀਤਾ ਗਿਆ ਹੈ। ਲਓ ਜੀ, ਸੀ ਦਿੱਤਾ।
ਆ ਕਮਾਲ ਦੇ ਬੋਲ ਹਨ ਗੁਰੂ ਪਾਤਸ਼ਾਹ ਜੀ ਦੇ। ਸਾਹਿਬ ਕਹਿੰਦੇ ਨੇ ਤੋ ਸ਼ਹਿ ਚਰਨੀ ਮੈਂਡਾ ਹੀੜਾ ਸੀਤਮ, ਵੀ ਉਹਦੇ ਚਰਨਾਂ ਦੇ ਨਾਲ ਮੈਂ ਆਪਣੇ ਹਿਰਦੇ ਨੂੰ ਸੀ ਲਿਆ ਹੈ। ਹਰ ਨਾਨਕ ਤੁਲਹਾ ਬੇੜੀ, ਹੁਣ ਮੇਰੀ ਬੇੜੀ ਮੇਰੀ ਤੁਲਹਾ ਵਾਹਿਗੁਰੂ ਤੇਰੀ ਬੰਦਗੀ ਬਣ ਗਈ ਹੈ, ਤੇਰੀ ਯਾਦ ਹੀ ਬਣ ਗਈ ਹੈ। ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ, ਜਿਹੜੇ ਗੁਰਮੁਖ ਹਨ ਉਹਨਾਂ ਦੀ ਮਿੱਤਰਤਾ, ਉਹਨਾਂ ਦੀ ਜ਼ਿੰਦਗੀ ਦਾ ਆਧਾਰ, ਉਹਨਾਂ ਦੇ ਜੀਵਨ ਦਾ ਆਸਰਾ ਕੇਵਲ ਤਾਂ ਕੇਵਲ ਵਾਹਿਗੁਰੂ ਦੀ ਬੰਦਗੀ ਬਣਦਾ ਹੈ। ਉਹਨੂੰ ਫਿਰ ਹੋਰ ਕਿਸੇ ਦੀ ਲੋੜ ਨਹੀਂ। ਉਹ ਤਾਂ ਸੰਸਾਰ ਭਗਤ ਤੋਂ ਡੂੰਘੀ ਸਾਂਝ ਬਣਾ ਕੇ ਗੁਰੂ ਦੇ ਸ਼ਬਦ ਨਾਲ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਗੁਰਮੁਖ ਪਰਚੈ ਤਰਿਆ ਤਾਰੀ, ਗੁਰਮੁਖ ਪਰਚੇ ਸੋ ਸ਼ਬਦ ਗਿਆਨੀ। ਕਹਿੰਦੇ ਜਿਹੜਾ ਗੁਰੂ ਦਾ ਅਨੁਸਾਰੀ ਹੋ ਜਾਂਦਾ, ਗੁਰੂ ਮੁਤਾਬਕ ਜੀਵਨ ਚੱਲਦਾ, ਉਹ ਫਿਰ ਸ਼ਬਦ ਗਿਆਨੀ ਦਾ ਮਤਲਬ, ਇਹ ਗੱਲ ਥੋੜੀ ਜਿਹੀ ਵਿਚਾਰਨ ਕਰਨ ਵਾਲੀ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਵੀ ਗੁਰੂ ਦੇ ਸ਼ਬਦ ਨਾਲ ਉਸ ਮਨੁੱਖ ਨੂੰ ਸ਼ਬਦ ਦੁਆਰਾ ਗਿਆਨ, ਗਿਆਨੀ ਦਾ ਮਤਲਬ ਉੱਚੀ ਆਤਮਿਕ ਅਵਸਥਾ, ਪਰਮ ਪਦ ਵੱਲ। ਸਤਿਗੁਰੂ ਮਹਾਰਾਜ ਨੇ ਕਹਿੰਦੇ ਉਹ ਤਾਂ ਗਿਆਤਾ ਹੋ ਜਾਂਦਾ ਹੈ ਸ਼ਬਦ ਨਾਲ ਡੂੰਘੀ ਪਾ ਕੇ। ਗੁਰੂ ਸ਼ਬਦ ਰਾਹੀਂ ਪਰਮਾਤਮਾ ਦੇ ਨਾਲ ਉਹਦੀ ਜਾਣ ਪਛਾਣ ਹੋ ਜਾਂਦੀ ਹੈ, ਔਰ ਫਿਰ ਉਹਨੂੰ ਕੀ ਹੈ, ਆਪਣੇ ਅੰਦਰ ਦੀ ਸਮਝ ਵੀ ਆ ਜਾਂਦੀ ਹੈ, ਉਹਨੂੰ ਅੰਦਰ ਦਾ ਗਿਆਨ ਹੋ ਜਾਂਦਾ ਹੈ, ਉਹਨੂੰ ਅੰਦਰ ਦੇ ਨਾਲ ਆਪਣੇ ਅੰਦਰ ਵੇਖਣ ਦੀ ਜਾਂਚ ਆ ਜਾਂਦੀ ਹੈ। ਇਸ ਗੁਰੂ ਦਾ ਸ਼ਬਦ ਇਹ ਸਾਰੀ ਗੱਲ ਸਮਝਾਉਂਦਾ ਹੈ। ਗੁਰਮੁਖ ਕੌਣ ਹੈ, ਗੁਰਮੁਖ ਰਸਤਾ ਕਿਵੇਂ ਲੱਭਦਾ ਹੈ। ਜਿਹੜਾ ਇਹੋ ਜਿਹਾ ਵਿਅਕਤੀ ਹੁੰਦਾ ਨਾ, ਜਿਹਦੇ ਅੰਦਰ ਪਿਆਰ ਤੇ ਮਿਲਾਪ ਦੀ ਤੜਫ ਹੋਵੇ, ਉਹ ਤਾਂ ਕਮਾਲ ਦੀ ਗੱਲ ਕਰਦਾ ਹੈ। ਜੋਗੀਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਇਹ ਸਵਾਲ ਕੀਤਾ ਸੀ ਪਿੱਛੇ, ਗੁਰਮੁਖ ਕੌਣ ਹੈ, ਮਨਮੁਖ ਕੌਣ ਹੈ, ਤੇ ਸਤਿਗੁਰੂ ਹੁਣ ਇਹਨਾਂ ਦੀ ਵਿਆਖਿਆ ਕਰਦੇ ਦੱਸਦੇ ਨੇ, ਗੁਰਮੁਖ ਦੀ ਪਰਿਭਾਸ਼ਾ ਦਿੰਦੇ ਹੋਏ ਦੱਸਦੇ ਨੇ। ਜਿਹਦਾ ਪੂਰੀ ਤਰ੍ਹਾਂ ਸ਼ਬਦ ਵਿੱਚ ਆਪਣੇ ਆਪ ਨੂੰ ਪਰੋ ਲਵੇ, ਰੰਗ ਲਵੇ, ਉਹ ਗੁਰੂ ਦੀ ਸ਼ਰਨ ਵਾਲਾ, ਗੁਰੂ ਦੀ ਸ਼ਰਨ ਪੈ ਕੇ ਉਹਦੇ ਨਾਲ ਪੂਰੀ ਮਿੱਤਰਤਾ ਗੰਢਦਾ ਹੈ। ਤੇ ਉਹਦੇ ਅੰਦਰ ਦੇ ਵਿਚਾਰ ਕੀ ਹੁੰਦੇ ਨੇ, ਜਦੋਂ ਇਹੋ ਜਿਹੀ ਵਿਚਾਰ ਬਣਦੀ ਹੈ ਨਾ, ਹਰ ਵੇਲੇ ਉਹਦੀ ਸੋਚ ਇਹੀ ਹੁੰਦੀ ਹੈ ਵੀ ਕੋਈ ਐਸਾ ਹੈ ਜਿਹੜਾ ਮੈਨੂੰ ਗੁਰੂ ਦੀ ਗੱਲ ਸੁਣਾਵੇ, ਕੋਈ ਐਸਾ ਹੈ, ਸ਼ਬਦ ਨਾਲ ਪ੍ਰੀਤ ਕਿੰਨੀ ਕੁ ਬਣ ਜਾਂਦੀ ਹੈ। ਉਹ ਤਾਂ ਇਹੋ ਜਿਹਾ ਹੈ ਵੀ ਜੇ ਟੁੱਟ ਗਈ, ਦੂਰ ਹੋ ਗਈ, ਕਹਿੰਦਾ ਇੱਕ ਅੱਖ ਦੇ ਫੋਰ ਜਿੰਨਾ ਵੀ ਮੈਂ ਤੇਰੇ ਤੋਂ ਜੁਦਾ ਨਹੀਂ ਹੋਣਾ ਚਾਹੁੰਦਾ। ਹੁਣ ਜੇ ਤੂੰ ਮੈਨੂੰ ਜੁਦਾ ਕਰ ਦੇਵੇਂ ਤਾਂ ਮੈਂ ਜਿਉਂਦਾ ਰਹਿਣਾ ਮੁਸ਼ਕਲ ਹੈ। ਕਰਵਤ ਭਲਾ ਨਾ ਕਰਵੜ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵੜ ਦੇ ਮੋਹ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੂ। ਇੰਨਾ ਗਿਆਨ ਸ਼ਬਦ ਨਾਲ, ਹੁਣ ਪ੍ਰੀਤ ਤੋੜਦਾ ਹੀ ਨਹੀਂ, ਕਹਿੰਦਾ ਚੀਰ ਦੇ ਬੇਸ਼ੱਕ, ਲੇਕਿਨ ਮੈਂ ਤੇਰੇ ਨਾਲੋਂ ਕਦੀ ਪ੍ਰੀਤ ਨਹੀਂ ਤੋੜਾਂਗਾ। ਅੰਦਰ ਦੀ ਸੂਝ ਪੈ ਜਾਂਦੀ ਹੈ, ਅੰਦਰ ਸਮਝਣਾ ਆ ਜਾਂਦਾ ਹੈ ਉਹਨਾਂ ਨੂੰ ਚੰਗਾ ਮਾੜਾ, ਕਿਉਂਕਿ ਵਿਵੇਕ ਬੁੱਧ ਜਿਹੜੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਉਹਦੇ ਮੁਤਾਬਕ ਉਹਦੀ ਜ਼ਿੰਦਗੀ ਦਾ ਜੇ ਚਾਲ ਚੱਲਣ ਉਹਦੇ ਮੁਤਾਬਕ ਹੋ ਜਾਂਦਾ ਹੈ। ਅੰਦਰਲਾ ਅਨੁਸਾਰੀ ਹੋਣਾ ਹੀ ਸਭ ਤੋਂ ਵੱਡੀ ਬਾਤ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਵਿਦ ਜਾਣੀ। ਅੰਦਰ ਦੀ ਵਿਦ ਜਾਣੀ, ਅੰਦਰ ਦਾ ਖਿਆਲ ਕਰਨਾ। ਦੇਖੋ ਗੱਲ ਬੜੀ ਸਿੱਧੀ ਹੈ। ਗੁਰਮੁਖ ਨੇ, ਗੁਰੂ ਕੋਲ ਜਾ ਕੇ ਕਰਨਾ ਕੀ ਹੈ। ਪਹਿਲਾ ਇੱਕ ਸਵਾਲ ਸਾਡੇ ਮਨ 'ਚ ਵੀ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਕੀ ਕਰੀਏ। ਅਸੀਂ ਗੁਰੂ ਕੋਲ ਜਾ ਕੇ ਸਾਡਾ ਕਰਮ ਕੀ ਹੋਵੇ, ਅਸੀਂ ਗੁਰੂ ਕੋਲ ਜਾ ਕੇ ਕਿਹੋ ਜਿਹਾ ਕਰਮ ਕਰੀਏ। ਇਹ ਸਾਡੇ ਅੰਦਰ ਵੀ ਸਵਾਲ ਆਉਂਦੇ ਨੇ। ਗੁਰੂ ਮਹਾਰਾਜ ਨੇ ਬੜਾ ਜਵਾਬ ਦਿੱਤਾ, ਕਹਿੰਦੇ ਦੇਖ, ਗੁਰਮੁਖ ਤਾਂ ਆਪਣੇ ਆਪ ਨੂੰ ਚੀਨਦਾ ਹੈ, ਪਛਾਣਦਾ ਹੈ। ਜਦ ਤੱਕ ਆਪਣੇ ਆਪ ਨੂੰ ਪਛਾਣਦਾ ਨਹੀਂ, ਚੀਨਦਾ ਨਹੀਂ, ਇਹਦੇ ਅੰਦਰੋਂ ਭਰਮਾਂ ਦੀ, ਮਨੁੱਖ ਦੇ ਅੰਦਰੋਂ ਭਰਮਾਂ ਦੀ ਕਾਈ ਨਹੀਂ ਮਿਟਦੀ, ਜਾਲਾ ਨਹੀਂ ਮਿਟਦਾ। ਜਦ ਤੱਕ ਭਰਮਾਂ ਦਾ ਜਾਲਾ ਬਣਿਆ ਹੋਇਆ, ਉਦੋਂ ਸ਼ਬਦ ਨਾਲ ਪ੍ਰੀਤ ਨਹੀਂ ਬਣਦੀ, ਭਾਵ ਸ਼ਬਦ ਦਾ ਇਹਦੇ ਜੀਵਨ ਦਾ ਆਧਾਰ ਨਹੀਂ ਬਣਦਾ। ਤੇ ਸ਼ਬਦ ਦੇ ਭਰਮਾਂ ਦਾ ਜਾਲਾ ਵੀ ਸ਼ਬਦ ਨੇ ਕੱਟਣਾ। ਜਿਵੇਂ ਜਿਵੇਂ ਗੁਰਬਾਣੀ ਪੜ੍ਹਦਾ ਹੈ, ਜਿਵੇਂ ਜਿਵੇਂ ਗੁਰੂ ਦੀ ਗੱਲ ਕਰਦਾ ਹੈ, ਸੁਣਦਾ ਹੈ,
ਤਿਵੇਂ ਤਿਵੇਂ ਇਹਦੇ ਅੰਦਰ ਗਿਆਨ ਦੇ ਵਿੱਚ ਵਾਧਾ ਹੁੰਦਾ ਤੇ ਫਿਰ ਇਹ ਗੁਰੂ ਪਾਤਸ਼ਾਹ ਦੇ ਜਾ ਕੇ ਇੱਕੋ ਹੀ ਬੇਨਤੀ ਕਰਦਾ, ਮਹਾਰਾਜ ਮੇਰੇ ਗਲਤੀਆਂ, ਮੇਰੇ ਔਗਣ ਬਹੁਤ ਹਨ, ਬਸ ਮੈਨੂੰ ਇਹਨਾਂ ਔਗਣਾਂ ਨੂੰ ਨਾ ਚਿਤਾਰਨਾ। ਜਦੋਂ ਅਸੀਂ ਆਪਣੇ ਇਹ ਬੁੱਧ ਲੈ ਕੇ ਜਾਵਾਂਗੇ ਨਾ, ਦੇਖੋ ਕਮਾਲ ਦੀ ਗੱਲ ਤਾਂ ਇਹ ਹੈ, ਇਹ ਕਹਿ ਲਈਏ ਵੀ ਗੁਰੂ ਇੱਕ ਸੱਚ ਹੈ, ਗੁਰੂ ਇੱਕ ਸੱਚ ਹੈ। ਹੁਣ ਸੱਚ ਦੇ ਨਾਲ ਅਭੇਦ ਹੋਣਾ ਹੈ, ਸੱਚ ਨਾਲ ਝੂਠ ਭੇਦ ਨਹੀਂ ਹੋ ਸਕਦਾ। ਸੱਚ ਨਾਲ ਭੇਦ ਹੋਣ ਲਈ ਸਾਨੂੰ ਵੀ ਸਚਿਆਰ ਬਣਨਾ ਪੈਂਦਾ ਹੈ, ਤੇ ਸਚਿਆਰ ਬਣਨ ਲਈ ਕੂੜ ਦੀ ਕੰਧ ਤੋੜਨੀ ਪੈਂਦੀ ਹੈ। ਗੁਰੂ ਇੱਕ ਐਸੇ ਸ਼ੀਸ਼ੇ ਵਰਗਾ ਹੈ ਜਿਹੜਾ ਸਭ ਕੁਝ ਸੱਚ ਹੀ ਦੱਸਦਾ। ਜੇ ਸਾਡੇ ਕਮੀਆਂ ਕਮਜ਼ੋਰੀਆਂ ਜੇ ਅਸੀਂ ਜਾ ਕੇ ਗੁਰੂ ਅੱਗੇ ਖੜੇ ਹੋ ਜਾਈਏ ਤੇ ਅੰਦਰੋਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਮੇਰੇ ਅੰਦਰ ਕਮੀਆਂ ਕਮਜ਼ੋਰੀਆਂ ਹਨ। ਜਿਹੜਾ ਗੁਰਬਾਣੀ ਦੇ, ਗੁਰੂ ਸ਼ਬਦ ਦੇ ਸ਼ੀਸ਼ੇ ਦੇ ਅੱਗੇ ਖੜਾ ਹੋ ਜਾਏ, ਜਾਂ ਜਿਹੜਾ ਗਿਆ ਹੀ ਨਹੀਂ, ਦੂਜੇ ਲਫ਼ਜ਼ਾਂ 'ਚ ਇਹ ਕਹਿ ਲਈਏ ਵੀ ਜਿਹੜਾ ਗੁਰੂ ਸ਼ਬਦ ਦੇ ਇਸ ਸ਼ੀਸ਼ੇ ਦੇ ਅੱਗੇ ਗਿਆ ਹੀ ਨਹੀਂ, ਉਹ ਫਿਰ ਜੇ ਗਿਆ ਵੀ ਤਾਂ ਆਪਣੇ ਗੁਨਾਹ ਛੁਪਾ ਕੇ, ਆਪਣੀਆਂ ਕਮਜ਼ੋਰੀਆਂ ਛੁਪਾ ਕੇ, ਤਾਂ ਫਿਰ ਅੰਦਰ ਦੀ ਬਿੰਦ ਕਿਵੇਂ ਜਾਣੇਗਾ? ਅੰਤਰਲਾ ਗਿਆਨ ਉਹਨੂੰ ਕਿਵੇਂ ਹੋਏਗਾ? ਅਸੀਂ ਆਪਣੇ ਗੁਨਾਹਾਂ ਤੇ ਪਰਦਾ ਪਾਉਣਾ ਚਾਹੁੰਦੇ ਹਾਂ, ਔਰ ਸ਼ਾਇਦ ਇਹ ਸੋਚਦੇ ਹਾਂ ਵੀ ਗੁਰੂ ਨੂੰ ਸਾਡੇ ਗੁਨਾਹ ਦਾ ਪਤਾ ਨਹੀਂ ਹੈ। ਬੇਨਤੀ ਕਰਾਂ, ਗੁਰੂ ਤਾਂ ਜਿਹੜਾ ਫੁਰਨਾ ਸਾਡੇ ਅਜੇ ਫੁਰਿਆ ਵੀ ਨਹੀਂ ਉਹਨੂੰ ਵੀ ਜਾਣਦਾ ਹੈ। ਕਿਤੇ ਮੱਧ ਭੁਲੇਖਾ ਰੱਖਣਾ, ਇਹ ਜਿਹੜੀ ਆਸਾ ਮਨਸਾ ਦੀਆਂ ਗੱਲਾਂ ਗੁਰੂ ਉਹ ਵੀ ਜਾਣਦਾ ਹੈ। ਇਹ ਸੋਚ ਕੇ ਵੀ ਗੁਰੂ ਨੂੰ ਕਿਹੜਾ ਪਤਾ ਲੱਗਦਾ ਹੈ, ਅਸੀਂ ਗੱਲ ਕਰੀਏ, ਅਸੀਂ ਤਾਂ ਆਪਣੇ ਗੁਨਾਹ ਵੀ ਗੁਰੂ ਦੇ ਕੋਲੋਂ ਛੁਪਾਉਣਾ ਚਾਹੁੰਦੇ ਹਾਂ, ਕਿਉਂ ਗੁਰੂ ਦੇ ਸੱਚ ਦੇ ਸ਼ੀਸ਼ੇ ਅੱਗੇ ਪਰਦਾ ਕਰਨਾ ਚਾਹੁੰਦੇ ਹਾਂ। ਸ਼ਾਇਦ ਪਰਦੇ ਦੇ ਨਾਲ ਸਾਡੇ ਗੁਨਾਹ ਜਿਹੜੇ ਉਹ ਛੁਪ ਸਕਦੇ ਹਨ, ਪਰ ਨਹੀਂ, ਉੱਥੇ ਦਾ ਗੁਨਾਹ ਧੋਣ ਲਈ ਜਾਣਾ ਪੈਂਦਾ ਵੀ ਮਾਲਕਾ ਸਾਡੇ ਗੁਨਾਹ ਧੋ, ਅੰਦਰ ਦੀ ਪਛਾਣ ਕਰਾ। ਅੰਤਰ ਦੀ ਹਾਲਤ ਤਾਂ ਗਿਆਨ ਨਾਲ ਹੀ ਪਛਾਣ ਹੋਣੀ ਹੈ। ਜਦੋਂ ਅਸੀਂ ਗੁਰੂ ਦੇ ਅੱਗੇ ਆਪਣੇ ਗੁਨਾਹ ਰੱਖਦੇ ਹਾਂ, ਗੁਰੂ ਫਿਰ ਬਖਸ਼ਿਸ਼ ਦਾ ਹੱਥ ਰੱਖਦਾ, ਫਿਰ ਗੁਰੂ ਕਿਰਪਾ ਕਰਦਾ, ਗੁਰੂ ਸਾਡੇ ਗੁਨਾਹ ਕੱਟਦਾ ਹੈ, ਪਾਪ ਕੱਟਦਾ ਹੈ, ਔਗਣ ਕੱਟਦਾ ਹੈ, ਫਿਰ ਸਾਡੇ ਅੰਦਰ ਗਿਆਨ ਆਉਂਦਾ ਹੈ ਤੇ ਸ਼ਬਦ ਨਾਲ ਪ੍ਰੀਤ ਵੱਧਦੀ ਹੈ। ਜਦੋਂ ਸ਼ਬਦ ਨਾਲ ਪ੍ਰੀਤ ਵੱਧਦੀ ਹੈ, ਫਿਰ ਅੰਦਰ ਦੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੰਨੇ ਮਨੁੱਖ ਨੇ ਆਪਣੇ ਆਪ ਨੂੰ ਪਰਖਿਆ ਨਹੀਂ, ਉਹ ਮਨੁੱਖ ਕਦੀ ਵੀ ਅਧਿਆਤਮਿਕਵਾਦ ਵਿੱਚ ਪੂਰਾ ਨਹੀਂ ਹੁੰਦਾ। ਪਰਖਣਾ ਬੜਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਮਾਝ ਕੀ ਵਾਰ ਵਿੱਚ ਇੱਕ ਸ਼ਲੋਕ ਲਿਖਿਆ ਹੈ, ਨਾਨਕ ਪਰਖੇ ਆਪ ਕੋ ਤਾਂ ਪਰਖ ਜਾਨ, ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ। ਫਿਰ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ, ਫਿਰ ਵਾਟ ਨਾ ਕਰਹੀ ਮਾਮਲਾ ਜਾਣੇ ਮਹਿਮਾਨ, ਮੂਲ ਜਾਨ ਗੱਲਾਂ ਕਰੇ ਹਾਨ ਲਾਏ ਹਾਨ, ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ। ਫਿਰ ਕਹਿੰਦੇ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਨ, ਅੱਗੇ ਉਹ ਅਗੰਮ ਹੈ ਵਾਹਿੰਦੜ ਜਾਨ। ਕਹਿੰਦੇ ਵਾਹਿਗੁਰੂ ਦੇਖ, ਉਹਦੇ ਕਹਿੰਦੇ ਖਿਆਲ ਤਾਂ ਕਰ, ਆਪਣੇ ਆਪ ਦੀ ਪਰਖ ਤਾਂ ਕਰ, ਅੰਤਰ ਬਿੰਦ ਤਾਂ ਜਾਣ। ਨਾਨਕ ਪਰਖੇ ਆਪ ਕੋ ਤਾਂ ਪਾਰਖੂ ਤਾਂ ਹੀ ਹੈ ਨਾ, ਜੇ ਆਪਣੇ ਆਪ ਦੀ ਪਰਖ ਕਰੇਗਾ। ਲੋਕਾਂ ਨੂੰ ਤਾਂ ਪਰਖਦਾ, ਲੋਕਾਂ ਦੇ ਗੁਨਾਹ ਤਾਂ ਝੱਟ ਅਸੀਂ ਕੱਢ ਕੇ ਰੱਖ ਦਿੰਦੇ ਆ, ਦੂਜਿਆਂ ਦੇ ਕਮਜ਼ੋਰੀਆਂ ਤਾਂ ਅਸੀਂ ਸੱਟ ਫੋਲ ਲੈਂਦੇ ਆ। ਕਿਸੇ ਨੇ ਇੱਕ ਗਲਤੀ ਕੀਤੀ ਹੈ ਸਾਰੇ ਸਮਾਜ ਵਿੱਚ, ਉਹਨੂੰ ਅਸੀਂ ਭੰਡਦੇ ਆ। ਕਿਆ ਸਾਡੀ ਜ਼ਿੰਦਗੀ ਇਹੋ ਜਿਹੀ ਹੈ? ਕਿੱਥੇ ਅੰਤਰਬਿੰਦ ਦੀ ਗੱਲ ਹੈ, ਕਿੱਥੇ ਅਸੀਂ ਸਾਡੀ ਜ਼ਿੰਦਗੀ ਹੈ? ਲੋਕਾਂ ਦੀਆਂ ਗੁਨਾਹਾਂ ਤੇ ਲੋਕਾਂ ਦੀਆਂ ਗਲਤੀਆਂ ਨੂੰ ਸੰਸਾਰ ਅੱਗੇ ਨਸ਼ਰ ਕਰਨਾ ਸਾਡਾ ਸੁਭਾਅ ਬਣ ਗਿਆ ਹੈ। ਆਪਣੀਆਂ ਕਮਜ਼ੋਰੀਆਂ, ਆਪਣੇ ਗੁਨਾਹ ਛੁਪਾਉਣਾ, ਉਹ ਵੀ ਸਾਡਾ ਸੁਭਾਅ ਬਣ ਗਿਆ। ਜਿਹੜੇ ਸੁਭਾਅ ਜੇ ਇਥੋਂ ਹੀ ਬਣਿਆ ਰਿਹਾ ਤਾਂ ਫਿਰ ਗੁਰੂ ਨਾਲ ਮਿਲਾਪ ਦੀ ਗੱਲ ਨਹੀਂ ਸੋਚ ਸਕਦੇ, ਗੁਰਮੁਖ ਬਣਨ ਦੀ ਗੱਲ ਵੀ ਨਹੀਂ ਸੋਚ ਸਕਦੇ। ਇਹ ਗੁਰੂ ਅਨੁਸਾਰੀ ਸੁਭਾਅ ਨਹੀਂ ਹੈ, ਇਹ ਗੁਰੂ ਦੀ ਸੋਚ ਦਾ ਸੁਭਾਅ ਨਹੀਂ ਹੈ। ਅਸਲ ਵਿੱਚ ਜਿਹੜੀ ਕਹਾਣੀ ਬਾਣੀ ਹੈ ਵੀ ਆਪਣੇ ਆਪ ਦੀ ਪਰਖ ਕਰਨੀ ਬੜੀ ਜ਼ਰੂਰੀ ਹੈ। ਬੰਦੇ ਖੋਜ ਦਿਲ ਹਰ ਰੋਜ਼,
ना फिर परेशानी माहे। कहते अपने दिल की खोज रोज कर, ये भी समझ लै, ये जो दुनिया शायर मेला दस्तगीरी ना है। दुनिया 4 दिन की खेड है, जादूगर का तमाशा है, ये पक्की रहने वाली नहीं। ये भी गल चंगी तरह समझ लै। गुरु पातशाह जी ने सानू यो गल समझाती, जिहड़ा श्लोक आपां हुणे सुनिया भी पारखू कौन है, अंतर दी विद कौन जानदा है, जिहड़ा अपने आप दी परख करदा, जिहनूं अपने रोग दा भी पता लगे ते ਜਿਹੜੇ ਜਿਹੜੇ ਆਪਣੇ ਉਹਦੇ ਰੋਗ ਦੀ ਦਵਾਈ ਦਾ ਵੀ ਪਤਾ ਹੋਵੇ। ਇਹ ਨਹੀਂ ਵੀ ਇਕੱਲਾ ਰੋਗ ਦਾ ਹੀ ਪਤਾ ਹੈ, ਰੋਗ ਦਾ ਵੀ ਪਤਾ ਹੋਣਾ ਜ਼ਰੂਰੀ ਹੈ, ਫਿਰ ਰੋਗ ਦੀ ਦਵਾਈ ਹੋਣੀ ਵੀ ਜ਼ਰੂਰੀ। ਚੰਗਾ ਵੈਦ ਉਹੀ ਹੈ ਨਾ, ਚੰਗਾ ਡਾਕਟਰ ਉਹੀ ਹੈ ਨਾ, ਜਿਹੜਾ ਸਾਡਾ ਰੋਗ ਵੀ ਲੱਭੇ, ਡਾਇਗਨੋਸ ਵੀ ਕਰ ਲਵੇ, ਫਿਰ ਡਾਇਗਨੋਸ ਦੀ ਦਵਾਈ ਵੀ ਦੇ ਦੇਵੇ। ਪਰ ਜੇ ਡਾਇਗਨੋਸ ਹੀ ਸਹੀ ਨਹੀਂ ਹੋਇਆ ਤੇ ਦਵਾਈ ਵੀ ਸਹੀ ਨਹੀਂ ਦਿੱਤੀ ਜਾ ਸਕਦੀ। ਜੇ ਮਨੁੱਖ ਨੇ ਆਪਣੇ ਆਪ ਨੂੰ ਡਾਇਗਨੋਸ ਹੀ ਨਹੀਂ ਕੀਤਾ ਵੀ ਮੇਰਾ ਰੋਗ ਕਿਹੜਾ ਹੈ, ਮੇਰੀ ਪਰੇਸ਼ਾਨੀ ਕਿੱਥੇ ਹੈ, ਜੇ ਬੰਦੇ ਆਪਣੇ ਆਪ ਨੂੰ ਪਛਾਣ ਹੀ ਨਹੀਂ ਕਰਦਾ, ਅੰਤਰਵਿਦ ਵਾਲੀ ਗੱਲ ਤੇ ਪਹੁੰਚਦਾ ਹੀ ਨਹੀਂ, ਆਪਣਾ ਰੋਗ ਹੀ ਦੇਖਣ ਨੂੰ ਤਿਆਰ ਨਹੀਂ, ਅੰਦਰ ਜਾਲਾ ਕਿਵੇਂ ਹਟੇਗਾ, ਅੰਦਰੋਂ ਤਾਂ ਜਾਲਾ ਲੱਥੇਗਾ ਨਹੀਂ। ਗੁਰੂ ਦਾ ਗਿਆਨ ਹੈ ਜਿਹੜਾ ਸਾਨੂੰ ਇਸ ਜਾਲੇ ਨੂੰ ਲਾਉਂਦਾ ਹੈ, ਗੁਰੂ ਦਾ ਗਿਆਨ ਹੈ। ਗੁਰੂ ਅਨੁਸਾਰੀ ਹੋ ਕੇ ਜ਼ਿੰਦਗੀ ਜਿਉਣ ਵਾਲਾ ਹੈ। ਕਹਿੰਦੇ ਜਿਹੜਾ ਲੱਭ ਲੈਂਦਾ ਰੋਗ ਤੇ ਦਾਰੂ ਨੂੰ, ਉਹ ਫਿਰ ਜੀਵਨ ਦੇ ਇਸ ਮਾਰਗ ਦੇ ਉੱਤੇ ਕਦੀ ਮਾਮਲਿਆਂ ਵਿੱਚ ਨਹੀਂ ਪੈਂਦਾ, ਮਾਮਲਿਆਂ ਵਿੱਚ ਨਹੀਂ ਪੈਂਦਾ। ਉਹ ਕਹਿੰਦੇ ਨੇ ਵਾਟ ਨਾ ਕਰੀ ਮਾਮਲਾ, ਜਾਣੇ ਮਹਿਮਾਨ। ਉਹ ਸਮਝਦਾ ਮੈਂ ਤਾਂ 4 ਦਿਨ ਦੀ ਮੇਰੀ ਖੇਡ ਹੈ ਜੀਵਨ ਦੀ, ਮੈਂ ਮਹਿਮਾਨ ਆ ਇਸ ਦੁਨੀਆ ਦੇ ਵਿੱਚ। ਉਹ ਫਿਰ ਬਹੁਤੇ ਖਿਲਾਰੇ ਵੀ ਨਹੀਂ ਖਿਲਾਰਦਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਚੱਲਣ ਦੀ ਗੱਲ ਸਮਝ ਲਈ, ਜਿਨ੍ਹਾਂ ਨੂੰ ਇਹ ਸਮਝ ਆ ਗਈ ਅੰਤਰਵਿਦ ਦੇ ਵਿੱਚ ਵੀ ਜੀਵਨ ਥੋੜ੍ਹਾ ਜਿਹਾ ਹੈ, ਤੇ ਗੁਰਮਤਿ ਅਨੁਸਾਰੀ ਹੋ ਕੇ ਹੀ ਆ ਸਕਦੀ ਹੈ, ਵੈਸੇ ਆ ਵੀ ਨਹੀਂ ਸਕਦੀ। ਕਹਿੰਦੇ ਨੇ ਆਪਣੇ ਆਪ ਨੂੰ ਮਹਿਮਾਨ ਹੀ ਸਮਝਦਾ ਹੈ। ਤੇ ਫਿਰ ਕਹਿੰਦੇ ਮੂਲ ਜਾਨ ਗੱਲਾਂ ਕਰੇ, ਉਹ ਸਿਰਫ ਆਪਣੇ ਮੂਲ ਨਾਲ ਗੱਲਾਂ ਕਰਦਾ, ਮੇਰਾ ਮੂਲ ਕੀ ਹੈ, ਬਾਕੀ ਸਾਰਾ ਕੁਛ ਉਹਦੇ ਲਈ ਘਾਟੇ ਬੰਦਾ ਹੀ ਹੈ। ਕਿਹੜਾ ਹਾਨ ਲਾਏ ਹਾਨ, ਹਾਨ ਹੁੰਦਾ ਹਾਨੀ। ਇਹ ਸਾਰਾ ਕੁਛ ਘਾਟੇ ਬੰਦਾ ਸੌਦਾ ਨਹੀਂ ਕਰਦਾ, ਉਹ ਤਾਂ ਆਪਣੇ ਮੂਲ ਨਾਲ ਜੁੜਦਾ ਹੈ। ਫਿਰ ਕਹਿੰਦੇ ਲੱਭ ਨਾ ਚੱਲਹੀ ਸੱਚ ਰਹੇ, ਲੋਭ ਉਹਦੀ ਜ਼ਿੰਦਗੀ 'ਚ ਆਉਂਦਾ ਹੀ ਨਹੀਂ, ਲਾਲਚੀ ਹੁੰਦਾ ਹੀ ਨਹੀਂ। ਕਹਿੰਦੇ ਸੋ ਵਿਸ਼ਟ ਪਰਵਾਨ, ਵਿਸ਼ਟ ਦਾ ਅਰਥ ਵਿਚੋਲਾ ਹੁੰਦਾ। ਕਹਿੰਦੇ ਐਸਾ ਵਿਚੋਲਾ ਵੀ ਪਰਵਾਨ ਹੈ ਜਿਹੜਾ ਬਿਨਾਂ ਲਾਲਚ ਤੋਂ, ਲਾਲਚ ਰਹਿਤ ਹੋ ਕੇ, ਭਾਵ ਗੁਰੂ ਸ਼ਬਦ ਜਿਹਦੇ ਨਾਲ ਅਸੀਂ ਅੰਦਰਲੀ ਵਿਧ ਨੂੰ ਜਾਣ ਸਕਦੇ ਹਾਂ। ਕਹਿੰਦੇ ਤੀਰ ਚਲਾਉਣਾ ਚਾਹਵੇ ਆਕਾਸ਼ ਵੱਲ, ਇਨਸਾਨ ਜਿਹੜਾ ਤੀਰ ਚਲਾਉਣਾ ਚਾਹਵੇ ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਨ, ਕਿੱਦਾਂ ਪਹੁੰਚੇਗਾ ਜਦ ਤੀਰ ਚਲਾਉਣਾ ਹੀ ਨਹੀਂ ਆਉਂਦਾ। ਤੀਰ ਕਮਾਨ ਹੱਥ 'ਚ ਫੜਨਾ ਨਹੀਂ ਆਉਂਦਾ, ਤੀਰ ਸਾਨੂੰ ਚੜਾਉਣਾ ਨਹੀਂ ਆਉਂਦਾ, ਤੇ ਅਸਾਂ ਹੀ ਇਹ ਸੋਚਣ ਲੱਗ ਪਈਏ ਵੀ ਸਾਡਾ ਤੀਰ ਅਸਮਾਨ ਨੂੰ ਜਾ ਲੱਗੇ। ਭੋਲਿਆ ਐਸਾ ਤੀਰ ਅਸਮਾਨ ਨੂੰ ਤਾਂ ਕੀ ਲੱਗਣਾ, ਆਪਣੇ ਆਪ ਨੂੰ ਹੀ ਆ ਕੇ ਸੱਟ ਮਾਰ ਜਾਂਦਾ ਹੈ। ਖਿਆਲ ਕਰੀ, ਜਦੋਂ ਗੁਰਮਤਿ ਗਾੜੀ ਰਾਹ ਤੇ ਚੱਲਣ ਦੀ ਗੱਲ ਨਹੀਂ ਨਾ ਸਿੱਖੀ, ਗੁਰੂ ਅਨੁਸਾਰੀ ਹੋਣਾ ਨਹੀਂ ਨਾ ਸਿੱਖਿਆ, ਕਹਿੰਦੇ ਨੇ ਉਹ ਪੁਰਖਤਾ, ਉਹ ਮਾਲਕ ਦਾ ਅਗੰਮ ਹੈ, ਪਹੁੰਚ ਹੈ, ਤੇ ਤੀਰ ਚਲਾਉਣ ਵਾਲੇ ਨੂੰ ਆਪ ਹੀ ਤੀਰ ਆ ਕੇ ਵਿੰਨ ਜਾਂਦਾ ਹੈ, ਜਿਹੜਾ ਅਣਜਾਣ ਬੰਦਾ ਹੈ। ਇਹਦਾ ਮਤਲਬ ਤੀਰ ਚਲਾਉਣ ਵਾਲਾ ਵੀ ਤਾਂ ਸਿਆਣਾ ਚਾਹੀਦਾ। ਅੰਤਰ ਦੀ ਵਿਧ ਜਦ ਤੱਕ ਨਹੀਂ ਜਾਣਦਾ ਮਨੁੱਖ, ਉਨੀ ਦੇਰ ਤੱਕ ਉਹ ਆਪਣੀ ਅਧਿਆਤਮਿਕ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ। ਉਹ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰਮੁਖ ਪਰਚੇ ਸੋ ਸ਼ਬਦ ਗਿਆਨੀ, ਗੁਰਮੁਖ ਪਰਚੇ ਅੰਤਰ ਵਿਦ ਜਾਨੀ। ਫਿਰ ਸਾਹਿਬ ਜੀ ਦਾ ਬਚਨ ਹੈ ਜੀ, ਗੁਰਮੁਖ ਪਾਈਐ ਅਲਖ ਅਪਾਰ, ਅਲਖ ਲਖਿਆ ਨਾ ਲਖਿਆ ਜਾਣ ਵਾਲਾ, ਜਿਹਦੇ ਕੋਈ ਨਿਸ਼ਾਨੀ ਨਹੀਂ ਹੈ, ਜਿਹਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਕੋਈ ਚੱਕਰ ਨਹੀਂ ਹੈ, ਕੋਈ ਚਿਹਨ ਨਹੀਂ ਹੈ, ਜਿਹਦੀ ਕੋਈ ਜਾਤ ਨਹੀਂ ਹੈ, ਜਿਹਦੀ ਕੋਈ ਪਾਤ ਨਹੀਂ ਹੈ। ਅਲਖ ਭਾਵ ਜਿਹਦਾ ਨਿਸ਼ਾਨ ਕੋਈ ਨਹੀਂ, ਜਿਹਦਾ ਲੱਛਣ ਕੋਈ ਨਹੀਂ, ਨਿਸ਼ਾਨੀ ਕੋਈ ਨਹੀਂ। ਹੁਣ ਐਸੇ ਪ੍ਰਮਾਤਮਾ ਨੂੰ ਲੱਭਣ ਦੇ ਲਈ ਜਦੋਂ ਇਨਸਾਨ ਤੁਰਦਾ ਹੈ, ਦੇਖੋ ਫਿਰ ਕਈ ਸਵਾਲ ਵੀ ਬੜਾ ਖੜਾ ਹੁੰਦਾ ਮਨ ਵਿੱਚ ਵੀ ਜਿਹਦਾ ਲੱਛਣ ਹੀ ਕੋਈ ਨਹੀਂ, ਜਿਹਦਾ ਚੱਕਰ ਚ ਰੂਪ ਵੀ ਕੋਈ ਨਹੀਂ, ਤੇ ਫਿਰ ਇੱਕ ਸਵਾਲ ਆ ਜਾਂਦਾ, ਕਿੰਦ ਬਿੰਦ ਮਿਲੇ ਗੁਸਾਈ ਮੇਰੇ ਰਾਮ ਰਾਏ। ਵੀ ਕਿਵੇਂ ਮਿਲੇ ਫਿਰ ਉਹ? ਕਹਿੰਦੇ ਮੈਂ ਤਾਂ ਦੇਖਿਆ, ਹੁਣ ਮੈਂ ਤਾਂ ਦੇਖਿਆ ਸੰਸਾਰ ਦੇ ਵਿੱਚ
ਕੀ ਦੇਖਿਆ? ਕਹਿੰਦੇ ਦੇਵਤਿਆਂ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ। ਵੱਡੇ ਵੱਡੇ ਦੇਵਤਿਆਂ ਨੂੰ ਦੇਖਿਆ, ਤੇਰੇ ਦਰਸ਼ਨਾਂ ਨੂੰ ਦੁੱਖ ਸਿਆ, ਭੁੱਖੇ ਰਹੇ, ਤੀਰਥਾਂ ਤੇ ਜਾ ਕੇ ਟਿਕ ਗਏ। ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇ ਭੇਖ ਗਏ, ਭੇਖ ਭਏ। ਵੀ ਜਿਹੜੇ ਜੋਗੀ ਸੀ ਉਹ ਆਪਣੀ ਜੁਗਤੀ ਨਾਲ ਜਿਉਂਦੇ ਰਹੇ, ਭਗਵੇ ਕੱਪੜੇ ਪਾ ਲਏ, ਪਰ ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿ ਨਾ ਜਾਈ ਤੇਰੇ ਗੁਣ ਕੀਤੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਦਰ ਘਰ ਮਹਿਲਾਂ ਹਸਤੀ ਘੋੜੇ, ਛੋੜ ਵਿਲਾਇਤ ਦੇਸ਼ ਗਏ, ਪੀਰ ਪਕੰਬਰ ਸਾਲਕ ਸਾਧਕ, ਛੋਡੀ ਦੁਨੀਆ ਥਾਏ ਪਏ। ਇਹ ਸਾਰੇ ਲੱਗੇ ਰਹੇ ਤੈਨੂੰ ਲੱਭਣ ਲਈ, ਤੂੰ ਅਲੱਖ ਹੈ, ਇਸੇ ਕਰਕੇ ਤਾਂ ਤੈਨੂੰ ਲੱਭਣ ਨੂੰ ਤੁਰੇ, ਤੂੰ ਤੇਰਾ ਰੂਪ ਨਹੀਂ ਸੀ ਜਾਣਦੇ, ਤੇਰੇ ਬਾਰੇ ਜਾਣਦੇ ਕੁਛ ਨਹੀਂ ਸੀ। ਕਹਿੰਦੇ ਜਾਣਦੇ ਨਹੀਂ ਸੀ, ਇਸੇ ਕਰਕੇ ਘਰ ਛੱਡ ਗਏ, ਇਸੇ ਵਾਸਤੇ ਭਗਵੇ ਕੱਪੜੇ ਪਾ ਲਏ, ਇਸੇ ਵਾਸਤੇ ਕੰਨਾਂ 'ਚ ਮੁੰਦਰਾਂ ਪਾ ਲਈਆਂ, ਇਸੇ ਵਾਸਤੇ ਹੀ ਇਹਨਾਂ ਨੇ ਗ੍ਰਸਤੀਆਂ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਤੇਰੇ ਬਾਰੇ ਜਾਣਦੇ ਹੀ ਨਹੀਂ ਸੀ। ਇਹਨਾਂ ਨੇ ਸੋਚਿਆ ਵੀ ਘਰ 'ਚ ਰਹਾਂਗੇ, ਪ੍ਰਵਿਰਤੀ ਕਰ ਰਵਾਂਗੇ, ਤੇ ਹੋ ਹੀ ਨਹੀਂ ਸਕਦਾ, ਨਿਵਿਰਤੀ ਰੱਖ ਲਈ, ਭਾਵ ਸੰਸਾਰ ਤਿਆਗ ਦਿੱਤਾ। ਸੰਸਾਰ ਤਿਆਗ ਕੇ ਵੀ ਕਦੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ? ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਹ ਤਾਂ ਗੁਰੂ ਅਨੁਸਾਰੀ ਹੋ ਕੇ, ਗੁਰੂ ਮੁਤਾਬਕ ਚੱਲ ਕੇ, ਗੁਰੂ ਅਨੁਸਾਰ ਆਪਣੀ ਜੀਵਨ ਜਾਂਚ ਬਣਾ ਕੇ, ਗੁਰੂ ਅਨੁਸਾਰ ਆਪਣੀ ਜੀਵਨ ਜਾਂਚ ਬਣਾ ਕੇ ਫਿਰ ਕਹਿੰਦੇ ਅਲੱਖ ਦੇ ਉਸ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਆ। ਫਿਰ ਜਦੋਂ ਇਹ ਸਵਾਲ ਸਾਡੇ 'ਚ ਪੈਦਾ ਹੁੰਦਾ, ਜੇ ਮਿਲੇ ਹੀ ਨਹੀਂ ਤੇ ਫਿਰ ਮਿਲੇ ਕਿਵੇਂ? ਜਦੋਂ ਇੱਕ ਜਗਿਆਸੂ ਤੁਰਦਾ ਨਾ ਸਪਾਰਕ ਦੇ ਉੱਤੇ, ਜਿਹੜਾ ਪਰਮੇਸ਼ਰ ਦਿਸਦਾ ਹੀ ਨਹੀਂ ਹੈ, ਉਹ ਫਿਰ ਜਾ ਕੇ ਤਰਲੇ ਜੇ ਕਰਦਾ ਹੈ। ਜਦੋਂ ਉਹਨਾਂ ਦੇ ਤੜਫ ਜੀ ਪੈਦਾ ਹੁੰਦੀ ਹੈ, ਉਹ ਕੀ ਤਰਲੇ ਕਰਦਾ ਹੈ? ਕਹਿੰਦਾ ਵੀ ਦੇਹੋ ਸੰਦੇਸਰੋ, ਕਹੀਓ ਪ੍ਰਿਆ ਕਹੀਓ। ਉਹ ਬਈ ਦੱਸੋ ਤਾਂ ਸਹੀ ਮੈਨੂੰ, ਕੋਈ ਮੇਰੇ ਪਿਆਰਿਓ ਦੱਸੋ, ਬੋਲ ਕੇ ਦੱਸੋ, ਕੋਈ ਸੁਨੇਹਾ ਤਾਂ ਦਿਓ, ਕਿੱਦਾਂ ਮਿਲਦਾ ਹੈ, ਕਿਵੇਂ ਮਿਲੇਗਾ ਪਰਮੇਸ਼ਰ? ਉਹ ਬਿਸਮ ਭਈ ਮੈਂ ਬਹੁਬਦ ਸੁਣਤੇ, ਕਹੋ ਸੁਹਾਗਣ ਸਹੀ ਹੋ। ਉਹ ਮਿਲ ਗਏ ਹੋਇਓ, ਤੁਸੀਂ ਤਾਂ ਪਹੁੰਚੋ, ਸੁਹਾਗਣਾ ਹੋ, ਮੈਂ ਦੱਸੋ ਤਾਂ ਸਹੀ। ਉਹਦੀਆਂ ਗੱਲਾਂ ਸੁਣ ਕੇ ਤਾਂ ਮੈਂ ਬਿਸਮਾਦ ਵਿੱਚ ਆਈ ਜਾਂਦਾ। ਹਾਂ ਦੇਖੋ ਕਿਆ ਕਮਾਲ ਦੇ ਬਚਨ ਗੁਰੂ ਪਾਤਸ਼ਾਹ ਕਹਿੰਦੇ ਨੇ। ਇਹ ਬੋਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੈਤਰੀ ਰਾਗ ਵਿੱਚ ਹੈ। ਕਹਿੰਦੇ ਮੇਰੇ ਅੰਦਰ ਚਾਉ ਤਾਂ ਹੈ। ਚਾਉ ਕੀ ਸੀ? ਉਹਨੂੰ ਮਿਲਣ ਦਾ। ਜਦ ਮਿਲਣ ਦਾ ਚਾਉ ਪੈਦਾ ਹੋਇਆ, ਮਿਲਣ ਦਾ ਅੰਦਰ ਤੜਪ ਪੈਦਾ ਹੋ ਗਈ, ਕਹਿੰਦੇ ਦੱਸੋ ਤੁਸੀਂ ਕਿਵੇਂ ਮਿਲੇ? ਉਹ ਮਿਲਦਾ ਕਿਵੇਂ ਹੈ? ਕਿਉਂਕਿ ਉਹਦਾ ਰੂਪ ਕੋਈ ਨਹੀਂ, ਰੰਗ ਕੋਈ ਨਹੀਂ। ਕਹਿੰਦੇ ਨੇ ਕੋਈ ਕਹਿੰਦਾ ਹੈ, ਕੋਈ ਕਹਿਤੋ ਸਭ ਬਾਹਰ ਬਾਹਰ, ਉਹ ਕਹਿਤਾ ਸਭ ਮਹੀਓ। ਕਹਿੰਦੇ ਮੈਂ ਤੇ ਸੁਣਿਆ ਵੀ ਕੋਈ ਜੰਗਲਾਂ 'ਚ ਵੱਸਦਾ, ਤੇ ਕੋਈ ਕਹਿੰਦਾ ਨਹੀਂ ਸਾਰਿਆਂ ਦੇ ਵਿੱਚ ਵੱਸਦਾ। ਕਹਿੰਦਾ ਬਰ ਨਾ ਦਿਸੈ ਚਿਹ ਨਾ ਲਖੀਏ, ਸੁਹਾਗਨ ਸ਼ਾਂਤ ਬਤਈਓ ਬੁਝਈਓ। ਕਹਿੰਦੇ ਵੀ ਦੱਸੋ ਤਾਂ ਸਹੀ ਮੈਨੂੰ, ਤੇ ਮੈਨੂੰ ਇਹ ਗੱਲ ਤਾਂ ਦੱਸੋ ਵੀ ਉਹਦਾ ਕੋਈ ਰੰਗ ਨਹੀਂ, ਰੂਪ ਨਹੀਂ, ਚੱਕਰ ਨਹੀਂ, ਨਿਸ਼ਾਨ ਨਹੀਂ। ਤੇ ਫਿਰ ਕਹਿੰਦੇ ਨੇ ਇਹ ਉਹਦਾ ਨਿਰਣਾ ਕੀ ਕੀਤਾ ਗੁਰੂ ਪਾਤਸ਼ਾਹ ਜੀ ਨੇ? ਸਾਹਿਬ ਜੀ ਕਹਿੰਦੇ ਸਰਵ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪੀਓ। ਅਲੇਪ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਸਾਰਿਆਂ 'ਚ ਵੀ ਰਹਿੰਦਾ ਹੈ। ਫਿਰ ਕਹਿੰਦੇ ਨੇ ਨਾਨਕ ਕਹਿਤ ਸੁਨੋ ਰੇ ਲੋਕਾ, ਸੰਤ ਰਸਨ ਕੋ ਬਸੀਓ। ਬਸੀਓ ਉਹ ਜਿਹੜਾ ਗੁਰੂ ਉਹਦੇ ਪਿਆਰਿਆਂ ਦੀ ਰਸਨਾ ਤੇ ਹੀ ਵਸਦਾ ਹੈ। ਭਾਵ ਕੀ ਹੈ ਵੀ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਅਲੱਖ ਅਪਾਰ ਲੱਭਣ ਨੂੰ ਫਿਰ ਉਹ ਭੇਖ ਨਹੀਂ ਕਰਦੇ, ਪਹਿਰਾਵੇ ਨਹੀਂ ਬਣਾਉਂਦੇ, ਜੋਗ ਨਹੀਂ ਧਾਰਨ ਕਰਦੇ, ਜਗ ਨਹੀਂ ਮੁੰਦਰਾ ਨਹੀਂ ਪਾਉਂਦੇ। ਗੁਰੂ ਪਾਤਸ਼ਾਹ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ। ਕਹਿੰਦੇ ਦੇਖੋ ਬਈ, ਅਲੱਖ ਅਪਹੁੰਚ ਪ੍ਰਭੂ, ਅਦ੍ਰਿਸ਼ਟ ਪ੍ਰਭੂ, ਜਿਹੜਾ ਦਿਸਦਾ ਨਹੀਂ ਸੀ ਅੱਖਾਂ ਦੇ ਨਾਲ, ਅਲੱਖ ਹੈ, ਅਪਾਰ ਬੇਅੰਤ ਹੈ, ਜਿਹੜਾ ਬੇਅੰਤ ਪ੍ਰਭੂ ਹੈ, ਅਪਾਰ, ਜਿਹਦਾ ਅਰਲਾ ਤੇ ਪੁਰਲਾ ਕਿਨਾਰਾ ਨਹੀਂ ਲੱਭਿਆ ਜਾ ਸਕਦਾ। ਅਸੀਂ ਆਮ ਤੌਰ ਤੇ ਸਮੁੰਦਰਾਂ ਦੇ ਕਿਨਾਰਿਆਂ ਦੀ ਗੱਲਾਂ ਕਰ ਲੈਂਦੇ ਹਾਂ, ਹੋਰ ਕਿਨਾਰਿਆਂ, ਦਰਿਆਵਾਂ ਦੇ ਕਿਨਾਰਿਆਂ ਦੀ ਗੱਲ ਕਰ ਸਕਦੇ ਹਾਂ, ਅੰਦਾਜ਼ੇ ਲਾ ਸਕਦੇ ਹਾਂ, ਪਰ ਉਸ ਮਾਲਕ ਦੇ ਕਿਨਾਰੇ ਦਾ ਕੋਈ ਆਰ ਪਾਰ ਦਾ ਪਤਾ ਹੀ ਨਹੀਂ, ਇਹਦਾ ਕਿਹੜਾ ਹੈ, ਕਿੰਨਾ ਵਿਸ਼ਾਲ ਹੈ, ਕਿੰਨਾ ਵੱਡਾ ਹੈ। ਕਹਿੰਦੇ ਨੇ ਇਹ ਤਾਂ ਸਾਰੇ ਹੀ ਕਹੀ ਜਾਂਦੇ ਆ ਵੱਡਾ ਵੱਡਾ ਵੱਡਾ, ਕੇਵਲ ਵੱਡਾ, ਇਹ ਤਾਂ ਕੇਵਲ ਮਿਲ ਕੇ ਪਤਾ ਲੱਗਦਾ, ਕੇਵਲ ਵੱਡਾ ਭਾਵ ਫਿਰ ਬਹੁਤ ਹੀ ਵੱਡਾ, ਉਹਦਾ ਬਿਆਨ ਹੀ ਨਹੀਂ ਕਰ ਸਕਦੇ। ਐਵੇਂ ਝੰਜਰਾਂ 'ਚ ਪੈਣਾ ਹੀ ਨਹੀਂ ਚਾਹੀਦਾ ਕਿੰਨਾ ਵੱਡਾ, ਕਿੱਡਾ ਆਕਾਰ ਹੈ, ਕਹਿੰਦੇ ਇਹ ਝੰਜਰਾਂ 'ਚ ਪੈਣਾ ਹੀ ਨਹੀਂ ਚਾਹੀਦਾ। ਕਿਉਂ? ਕਿਉਂਕਿ ਗੁਰਮੁਖ ਪਾਈਆ ਅਲੱਖ ਅਪਾਰ,
ਤੇ ਗੁਰੂ ਦੇ ਸਨਮੁਖ ਹੋਇਆ, ਗੁਰੂ ਅਨੁਸਾਰੀ ਹੋਇਆ, ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਜਿਹੜਾ ਉਹ ਮਿਲ ਪੈਂਦਾ। ਆਹੀ ਢੰਗ ਹੈ ਮਿਲਣ ਦਾ, ਵੀ ਗੁਰੂ ਅਨੁਸਾਰੀ ਹੋਣਾ। ਹੋਰ ਕੋਈ ਭੇਖ ਪਹਿਰਾਵਾ ਜੋ ਸਿੱਧਾ ਨੂੰ ਮਹਾਰਾਜ ਨੇ ਕਿਹਾ ਵੀ ਗੁਰਮੁਖ ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ, ਉਹਨਾਂ ਨੂੰ ਅਲੱਖ ਅਪਾਰ ਪਰਮੇਸ਼ਰ ਜਿਹੜਾ ਹੈ ਉਹ ਇੱਥੇ ਹੀ ਮਿਲ ਪੈਂਦਾ ਹੈ। ਗੱਲ ਤਾਂ ਕੇਵਲ ਉਸ ਵਿੱਚ ਉਹਦੇ ਸ਼ਬਦ ਵਿੱਚ ਆਪਣੇ ਆਪ ਨੂੰ ਰੰਗਣ ਦੀ ਸੀ। ਤਾਂ ਸਾਹਿਬ ਜੀ ਫਿਰ ਕਹਿੰਦੇ ਨਾਨਕ ਗੁਰਮੁਖ ਮੁਕਤ ਦੁਆਰ। ਵੀ ਨਾਨਕ ਜੀ ਕਹਿੰਦੇ ਹਨ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਈ ਗੁਰੂ ਅਨੁਸਾਰੀ ਹੋਇਆ ਹੀ ਗੁਰੂ ਦੀ ਰਾਹੀਂ ਹੀ ਹੋਇਆ। ਮੁਕਤ ਦੁਆਰ ਦਾ ਮਤਲਬ ਜਿਹੜਾ ਬੰਧਨਾਂ ਤੋਂ ਛੁਟਕਾਰਾ ਹੋ ਜਾਣਾ। ਮੁਕਤ ਦੁਆਰ ਜਿਹੜਾ ਹੈ ਬੰਧਨਾਂ ਤੋਂ ਛੁਟਕਾਰਾ ਹੋ ਜਾਣਾ। ਵੀ ਦੇਖੋ, ਹਾਥੀ ਮਨ ਹੋਵੇ ਤੇ ਰਸਤਾ ਛੋਟਾ ਹੋਵੇ। ਕਬੀਰ ਜੀ ਨੇ ਗੱਲ ਸਮਝਾਈ ਹੈ, ਮੁਕਤ ਦੁਆਰਾ ਸੁੰਕੜਾ ਰਾਈ ਦਸਵੇਂ ਭਾਵੇਂ ਮਨ ਤੋਂ ਮਹਿਗਲ ਹੋਏ ਰਾ। ਮਨ ਬਣਿਆ ਹੋਇਆ ਹਾਥੀ। ਕਬੀਰ ਕਹਿੰਦੇ ਵੀ ਇਹ ਮੁਕਤ ਦੁਆਰਾ ਜਿਹੜਾ ਛੁੱਟਣ ਦਾ ਰਸਤਾ ਤਾਂ ਬੜਾ ਛੋਟਾ ਸੀ, ਮਨ ਬਣ ਗਿਆ ਹਾਥੀ। ਭਾਵ ਹੰਕਾਰ ਦੀਆਂ ਟੀਸੀਆਂ ਤੇ ਚੜ ਕੇ ਕਦੀ ਵੀ ਬੰਧਨਾਂ ਤੋਂ ਨਹੀਂ ਛੁੱਟਿਆ ਜਾ ਸਕਦਾ। ਜਦ ਤੱਕ ਬੰਦੇ ਦੇ ਅੰਦਰ ਇਹ ਹੰਕਾਰ ਦੀ ਦੀਵਾਰ ਹੈ, ਕੂੜ ਦੀ ਕੰਧ ਹੈ, ਉਨੀ ਦੇਰ ਤੱਕ ਹੁਕਮ ਰਜਾਈ ਚੱਲਣਾ ਵੀ ਨਹੀਂ ਸਿੱਖ ਸਕਦਾ, ਹੁਕਮ ਰਜਾਈ ਚੱਲ ਵੀ ਨਹੀਂ ਸਕਦਾ। ਤਾਂ ਸਾਹਿਬ ਜੀ ਬਚਨ ਕਰਦੇ ਬਈ ਜਿਹੜੇ ਗੁਰੂ ਅਨਸਾਰੀ ਹੋ ਜਾਂਦੇ ਹਨ, ਜਿਹੜੇ ਗੁਰਮਤਿ ਮੁਤਾਬਕ ਚੱਲਦੇ ਹਨ, ਜਿਨ੍ਹਾਂ ਦੇ ਜੀਵਨ ਦੀ ਜਾਂਚ ਗੁਰੂ ਦੀ ਹੋ ਜਾਂਦੀ ਹੈ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਅਦ੍ਰਿਸ਼ਟ ਪ੍ਰਭੂ ਨੂੰ ਮਿਲ ਜਾਂਦੇ ਨੇ, ਮਹਾਰਾਜ ਕਹਿੰਦੇ ਵੀ ਹੇ ਨਾਨਕ ਗੁਰੂ ਦੀ ਰਾਹੀਂ ਹੋਮੇ ਦੀ ਤੋਂ ਉਹਨਾਂ ਦੀ ਖਲਾਸੀ ਦਾ ਰਸਤਾ ਜਿਹੜਾ ਹੈ ਉਹ ਲੱਭ ਪੈਂਦਾ ਹੈ। ਇਹ ਗੁਰੂ ਪਾਤਸ਼ਾਹ ਜੀ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਹੈ ਵੀ ਜੇ ਸਾਡੇ ਮਨ ਤੋਂ ਅਜੇ ਭਰਮ ਭੁਲੇਖਾ ਹੀ ਨਹੀਂ ਗਿਆ, ਦੋਹਰਾ ਮਾਪਦੰਡ ਹੀ ਸਾਡੀ ਜ਼ਿੰਦਗੀ ਰਹੀ ਵੀ ਅਸੀਂ ਆਹ ਵੀ ਕਰ ਲਈਏ, ਅਸੀਂ ਉਹ ਵੀ ਕਰ ਲਈਏ, ਅਸੀਂ ਆਹ ਵੀ ਕਰ ਲਈਏ, ਇਹ ਜੀਵਨ ਗੁਰਮੁਖ ਦਾ ਨਹੀਂ ਹੈ, ਗੁਰੂ ਅਨਸਾਰੀ ਨਹੀਂ ਹੈ। ਕਹਿੰਦੇ ਨੇ ਉਹ ਫਾਇਦਾ ਹੀ ਕਾਹਦਾ ਵੀ ਜਿਹਦੇ ਸ਼ਰਨ ਵਿੱਚ ਪੈ ਕੇ ਵੀ ਧੋਖਾ ਹੀ ਮਿਲਣਾ। ਕਬੀਰ ਜੀ ਨੇ ਇੱਕ ਸ਼ਲੋਕ ਲਿਖਿਆ, ਕਬੀਰ ਮਾਏ ਮੁੰਡੂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਦੇਖੋ ਬਈ ਆਪ ਤਾਂ ਕਿੰਨੇ ਬੜੇ ਕ੍ਰਾਂਤੀਕਾਰੀ ਬੋਲ ਹਨ ਭਗਤ ਜੀ ਦੇ, ਇਹ ਜਿਹੜੇ ਲਿਖੇ ਉਹਨਾਂ ਨੇ। ਸ਼ਲੋਕ ਨੰਬਰ 104 ਹੈ ਭਗਤ ਜੀ ਦਾ, ਜਿਹੜੇ ਸ਼ਲੋਕ ਕਬੀਰ ਜੀ ਦੇ ਹਨ ਉਹਨਾਂ ਦਾ 104 ਨੰਬਰ ਸ਼ਲੋਕ ਹੈ। ਕਹਿੰਦੇ ਜਿਹੜਾ ਭਰਮ ਨਹੀਂ, ਆਪ ਵੀ ਭਰਮਾਂ ਦੇ ਵਿੱਚ ਹੈ, ਉਹ ਦੂਜਿਆਂ ਦਾ ਭਰਮ ਕਿਵੇਂ ਦੂਰ ਕਰ ਸਕਦਾ ਹੈ, ਦੂਜਿਆਂ ਦੀ ਭਟਕਣਾ ਕਿਵੇਂ ਦੂਰ ਕਰ ਸਕਦਾ ਹੈ। ਆਪ ਤਾਂ ਸਾਰੇ ਪਾਪ ਨੇ, ਵੇਦਾਂ ਦੇ 4 ਵੇਦ ਨੇ, 4 ਵੇਦਾਂ ਦੇ ਵਿਚਾਰਾਂ 'ਚ ਹੀ ਡੁੱਬੇ ਰਹਿ ਗਏ। ਵਿਆਹ ਵੇਦ ਆਹ ਕਹਿੰਦਾ, ਆਹ ਵੇਦ ਆਹ ਕਹਿੰਦਾ, ਆਹ ਵੇਦ ਆਹ ਕਹਿੰਦਾ, ਕਹਿੰਦੇ ਫਿਰ ਚੇਲਿਆਂ ਨੂੰ ਵੀ ਨਾਲ ਰੋੜ ਦਿੱਤਾ, ਆਪ ਵੀ ਰੁੜ ਗਏ ਤੇ ਚੇਲੇ ਵੀ ਰੋੜ ਦਿੱਤੇ। ਭਾਵ ਭਰੋਸਾ ਕੇਵਲ ਤਾਂ ਕੇਵਲ ਵਿਸ਼ਵਾਸ ਆਪਣੇ ਇਸ਼ਟ ਗੁਰਦੇਵ ਉੱਤੇ ਹੋਣਾ ਚਾਹੀਦਾ ਹੈ, ਔਰ ਗੁਰੂ ਅਨੁਸਾਰੀ ਹੋ ਕੇ ਹੀ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਹੈ। ਔਰ ਕਰਤੇ ਪੁਰਖ ਮਾਲਕ ਨੂੰ ਨਾਲ ਮਿਲਾਪ ਕੇਵਲ ਸ਼ਬਦ ਸੁਰਤ ਦਾ ਪਰਚਾ ਕਰਕੇ ਹੀ ਹੋ ਸਕਦਾ ਹੈ। ਜੋ ਭਾਈ ਗੁਰਦਾਸ ਜੀ ਨੇ ਬੋਲ ਆਖੇ ਸਨ ਕਿ ਕੇਵਲ ਸ਼ਬਦ ਸੁਰਤ ਦਾ ਪਰਚਾ ਕਰੇ ਤੇ ਸਤਿਗੁਰ ਦੇ ਨਾਲ ਆਪਣੇ ਮਨ ਨੂੰ ਰੁਝਾ ਲਵੇ, ਤਾਂ ਫਿਰ ਇਹ ਸਾਡੀ ਜੀਵਨ ਦੀ ਖੇਡ ਜਿਹੜੀ ਹੈ ਇਹ ਸੰਪੂਰਨ ਹੋ ਜਾਂਦੀ ਹੈ। ਸਤਿਗੁਰ ਸਾਡੇ ਤੇ ਰਹਿਮਤ ਕਰਨ, ਬਖਸ਼ਿਸ਼ ਕਰਨ, ਗੁਰੂ ਸਾਰੀ ਹੋਣ ਦੀ ਜਾਂਚ ਸਾਡੀ ਝੋਲੀ ਵਿੱਚ ਪਾਉਣ, ਕਿਉਂਕਿ ਗੁਰੂ ਸਾਰੀ ਹੋਣ ਤੋਂ ਬਿਨਾਂ ਜੀਵਨ ਦਾ ਮਨੋਰਥ ਪੂਰਾ ਨਹੀਂ ਹੁੰਦਾ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਬਚਨ ਕਹਿੰਦੇ ਨੇ ਵੀ ਇਹ ਮਨੁੱਖ ਛੋਟੀ ਜਿਹੀ ਸੰਖੇਪ ਜੀ ਗੱਲ ਕਰ ਲਈਏ ਵੀ ਗੁਰੂ ਦੇ ਪੂਰੇ ਪੌੜੀ ਨੂੰ ਥੋੜੀ ਜਿਹੀ 1-2 ਮਿੰਟਾਂ ਵਿੱਚ ਹੀ ਗੁਰੂ ਅਨੁਸਾਰੀ ਸ਼ਬਦ ਦੇ ਨਾਲ ਉਹ ਆਪਣੇ ਆਪ ਨੂੰ ਪਰਚਾ ਲੈਂਦਾ। ਗੁਰੂ ਦੇ ਗਿਆਨ ਦਾ ਵਿਚਾਰਨ ਵਾਲਾ ਤੱਤ ਬਣ ਜਾਂਦਾ, ਤੱਤ ਦਾ ਬੇਟਾ ਬਣ ਜਾਂਦਾ। ਗੁਰੂ ਅਨੁਸਾਰੀ ਨਾਮ ਸਿਮਰਨ ਦੀ ਤਾਰੀ ਦੁਆਰਾ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਗੁਰੂ ਅਨੁਸਾਰੀ ਭਾਵ ਗੁਰੂ ਦੀ ਮੱਤ ਲਿਆ ਇਹ ਸ਼ਬਦ ਨਾਲ ਪਤੀਜਦਾ ਹੈ। ਸ਼ਬਦ ਦੁਆਰਾ ਉਹਨੂੰ ਆਤਮਿਕ ਸੋਝੀ ਹੋ ਜਾਂਦੀ ਹੈ, ਅੰਦਰ ਦੀ ਵਿਦ ਜਾਣ ਲੈਂਦਾ ਹੈ। ਗੁਰਮੁਖ ਗੁਰੂ ਸ਼ਬਦ ਨਾਲ ਪਤੀਤ ਹੈ, ਜਿਸ ਕਰਕੇ ਉਹਨੂੰ ਜੁਗਤੀ ਜੀਵਨ ਦੀ ਜੁਗਤੀ ਦਾ ਵੀ ਪਤਾ ਲੱਗ ਜਾਂਦਾ ਹੈ। ਗੁਰਮੁਖ ਬਣ ਕੇ ਗੁਰੂ ਅਨੁਸਾਰੀ ਹੋ ਕੇ ਹੀ ਲਖਤਾ ਤੋਂ ਰਹਿਤ ਅਦ੍ਰਿਸ਼ਟ ਪਰਮੇਸ਼ਰ ਜਿਹੜਾ ਹੈ ਉਹਨੂੰ ਪਾ ਸਕੀਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਅਨੁਸਾਰੀ ਹੋ ਕੇ ਹੀ ਸਾਨੂੰ
ਬੰਧਨਾਂ ਤੋਂ ਮੁਕਤੀ ਹੋ ਸਕਦੀ ਹੈ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਜੀਵਨ ਜਾਚ ਸਾਡੀ ਬਣ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।